ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਪ੍ਰੋਫੈਸਰ ਸਾਹਿਬ ਜੀ ਆਇਆ। ਸ਼ੁਕਰੀਆ ਜੀ। ਪ੍ਰੋਫੈਸਰ ਸਾਹਿਬ, ਤੁਸੀਂ ਪੂਰਾ ਦਿਨ ਦਿੱਲੀ ਲਾ ਕੇ ਆਏ ਹੋ, ਐਗਜ਼ਿਟ ਪੋਲਸ ਨੂੰ ਲੈ ਕੇ ਤੁਸੀਂ ਨੈਸ਼ਨਲ ਚੈਨਲ ਤੇ ਸੀ। ਵੈਸੇ ਇਹਨੂੰ ਸਮਝਿਆ ਕਿਵੇਂ ਆ? ਬਹੁਤ ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਤੇ ਇਤਰਾਜ਼ ਕਰ ਰਹੀਆਂ ਨੇ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਬਿਨਾਂ ਮਤਲਬ ਅਸਮਾਨ ਤੇ ਚੜਾ ਰਹੇ ਹੋ। 10 ਨੂੰ ਨਤੀਜੇ ਕੁਝ ਹੋਰ ਆਉਣਗੇ। ਬਹੁਤ ਸਾਰੇ ਵੱਡੇ ਸਿਆਸੀ ਲੀਡਰਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ ਕਿ ਇਵੇਂ 17 ਚ ਵੀ ਹੋਇਆ ਸੀ। ਦੂਜੀ ਗੱਲ ਉਹ ਕਹਿੰਦੇ ਆ ਕਿ ਇਹਨਾਂ ਦੀ ਭਰੋਸੇਯੋਗਤਾ ਅਜੇ ਤੱਕ ਪ੍ਰਮਾਣਿਤ ਨਹੀਂ ਗਈ। ਤੀਜੀ ਗੱਲ ਉਹ ਕਹਿੰਦੇ ਆ ਕਿ ਪੰਜਾਬ ਦਾ ਧਰਾਤਲ ਐਂ ਦਾ ਨਹੀਂ ਕੋਈ ਓਵਰਨਾਈਟ ਆਵੇ ਤੇ ਆਪਣੇ ਕਾਡਰ ਤੋਂ ਬਿਨਾਂ ਹੀ ਇੰਨੀ 100 ਸੀਟਾਂ ਚਾਣ ਕੇ ਕਹਿੰਦਾ 100 ਸੀਟ। ਸੋ ਤੁਹਾਡਾ ਆਪਣਾ ਅਨੁਭਵ ਤੇ ਗਰਾਊਂਡ ਰਿਐਲਿਟੀ, ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਦੇਖਿਆ ਨਾਪਿਆ ਕਿਵੇਂ ਆ? ਇਹਨਾਂ ਦਿਨਾਂ ਦੇ ਵਿੱਚ ਜੋ ਮਹਿਸੂਸ ਕੀਤਾ ਉਹ ਬਦਲਾਅ ਦੀ ਆਵਾਜ਼ ਹੈਗੀ ਵੀ ਆ? ਜੇ ਹੈਗੀ ਵੀ ਆ ਤਾਂ ਕੀ ਉਹ ਇੰਨੀ ਪੁਖਤਾ ਹੈ ਕਿ ਉਹ ਸੀਟਾਂ 70-80 ਚ ਚਲੇ ਜਾਊ ਜਿਵੇਂ ਬਹੁਤੇ ਸਰਵੇ ਕਹਿ ਰਹੇ ਆ, ਐਗਜ਼ਿਟ ਪੋਲ? ਹਾਲਾਂਕਿ ਇਹ ਵੀ ਸਵਾਲ ਆ ਕਿ ਓਪੀਨੀਅਨ ਪੋਲ ਵੇਲੇ ਤਾਂ ਕਿਸੇ ਨੇ ਕਿਸੇ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਪੈਸੇ ਦੇ ਕੇ ਜਾਂ ਹੋਰ ਇਸ਼ਤਿਹਾਰਾਂ ਨਾਲ, ਲੇਕਿਨ ਐਗਜ਼ਿਟ ਪੋਲ ਵੇਲੇ ਤਾਂ ਇਹਨਾਂ ਚੈਨਲਸ ਦੀ ਭਰੋਸੇਯੋਗਤਾ ਵੀ ਦਾਅ ਤੇ ਹੁੰਦੀ ਆ। ਐਗਜ਼ਿਟ ਪੋਲ ਦੇਣ ਵੇਲਿਆਂ ਇਹ ਲੋਕ ਧਿਆਨ ਚ ਰੱਖਦੇ ਆ ਵੀ ਯਾਰ ਸਾਡੀ ਆਪਣੀ ਆਪ ਦੀ ਸ਼ਾਖ ਵੀ ਕਿਤੇ ਖੁਰ ਨਾ ਜਾਵੇ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਕੰਪਾਈਲ ਕੀਤਾ ਤੁਸੀਂ? ਪਹਿਲੀ ਗੱਲ ਤਾਂ ਇਹਦਾ ਵੈਸੇ ਵੀ ਇਹ ਹੈਗਾ ਕਿ ਐਗਜ਼ਿਟ ਪੋਲ ਦਾ ਮਤਲਬ ਇਹ ਹੈਗਾ ਕਿ ਜਦੋਂ ਇੱਕ ਵਿਅਕਤੀ ਵੋਟ ਪਾ ਕੇ ਬਾਹਰ ਨਿਕਲਦਾ ਹੈ ਤੇ ਉਹਨੂੰ ਇੱਕ ਰੈਂਡਮਲੀ ਜਿਹੜਾ ਵਾ ਉਹ ਸਵਾਲ ਪੁੱਛਿਆ ਜਾਂਦਾ ਹੈ। ਇਹ ਹਰ ਇੱਕ ਦੀ ਆਪਣੀ ਆਪਣੀ ਮੈਥਡੋਲੋਜੀ। ਅੱਜ ਕੱਲ੍ਹ ਇਹ ਬਹੁਤ ਵੱਡਾ ਧੰਦਾ ਬਣ ਗਿਆ ਔਰ ਮੈਨੂੰ ਇਹ ਵੀ ਪਤਾ ਲੱਗਾ ਵੀ ਇਹਦੇ ਵਿੱਚ ਕਿੰਨਾ ਪੈਸਾ ਜਿਹੜਾ ਹੈਗਾ ਪਾਰਟੀਆਂ ਚੈਨਲਾਂ ਵਾਲੇ ਇਹਦੇ ਵਿੱਚ ਲਾਉਂਦੇ ਆ ਔਰ ਬਹੁਤ ਲੋਕ ਆਪਣਾ ਹੋਰ ਜਿਹੜਾ ਪ੍ਰੋਫੈਸ਼ਨਲ ਕੈਰੀਅਰ ਛੱਡ ਕੇ ਇਸ ਪਾਸੇ ਵੱਲ ਚਲੇ ਗਏ ਆ। ਤੋ ਇੱਕ ਤਾਂ ਇਹਦਾ ਪਾਰਟ ਹੈ ਐਗਜ਼ਿਟ ਪੋਲ ਦਿੱਤਾ, ਕਿਉਂਕਿ ਇਸ ਵੇਲੇ ਜਿਹੜੀਆਂ ਇਲੈਕਸ਼ਨਸ ਹੈਗੀਆਂ ਉਹ 'ਚ ਸਟੇਕਸ ਬਹੁਤ ਹਾਈ ਹੁੰਦੇ। ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਉਹਨੂੰ ਲੈ ਲਓ ਤੁਸੀਂ, ਹਰ ਪੋਲੀਟੀਕਲ ਪਾਰਟੀ ਜਿੱਤਣਾ ਚਾਹੁੰਦੀ ਆ ਔਰ ਹਰ ਤਰੀਕੇ ਨਾਲ ਜਿੱਤਣਾ ਚਾਹੁੰਦੀ ਆ। ਦੂਸਰਾ ਇਹ ਆ ਕਿ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਦੀ ਤੁਸੀਂ ਗੱਲ ਕੀਤੀ ਹੈ, ਮੈਂ ਤੁਹਾਡਾ ਇਸ ਗੱਲ ਤੋਂ ਸਹਿਮਤ ਹੈਗਾ। ਐਗਜ਼ਿਟ ਪੋਲ ਦੇ ਵਿੱਚ ਉਹੀ ਦੱਸਿਆ ਜਾਂਦਾ ਜੋ ਲੋਕ ਦੱਸਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਹਾਲਾਤਾਂ ਦੇ ਵਿੱਚ ਜੋ ਲੋਕ ਦੱਸਦੇ ਆ ਉਦਾਂ ਹੀ ਹੁੰਦਾ ਹੈ, ਕਿਉਂਕਿ ਜਿਹੜੀਆਂ ਲੋਕਲ ਕੰਡੀਸ਼ਨਸ ਹੁੰਦੀਆਂ ਵਾ, ਲੋਕਲ ਜਿਹੜਾ ਜਿਨ੍ਹਾਂ ਹਾਲਾਤਾਂ ਦੇ ਵਿੱਚ ਲੋਕ ਰਹਿੰਦੇ ਆ ਤੇ ਜਿਹੜੀ ਉਹਨਾਂ ਦੀ ਨੈਟਵਰਕਿੰਗ ਹੁੰਦੀ ਆ, ਉਹ ਕਈ ਵਾਰੀ ਬਹੁਤੀ ਵਾਰੀ ਉਹ ਖੁੱਲ੍ਹ ਕੇ ਦੱਸਦੇ ਨਹੀਂਗੇ। ਔਰ ਦੂਸਰੀ ਗੱਲ ਇਹ ਹੈਗੀ ਕਿ ਪਿਛਲੇ ਸਮੇਂ ਦੇ ਵਿੱਚ ਇਹ ਵੀ ਜਿਹੜਾ ਹੈਗਾ ਇੱਕ ਕਿਸਮ ਦਾ ਰੁਝਾਨ ਬਣਿਆ ਕਿ ਲੋਕੀ ਟੋਰਮਸ ਹੋ ਗਏ ਆ, ਉਹ ਆਪਣੀ ਮਰਜ਼ੀ ਨਾਲ ਦੱਸਦੇ ਆ। ਉਹ ਸਮਝਦੇ ਵੀ ਜਿਹੜੇ ਸਾਨੂੰ ਪੁੱਛਣ ਆਏ ਆ, ਕੋਈ ਦਿੱਲੀੋਂ ਆਇਆ ਵਾ, ਕੋਈ ਇੱਥੋਂ ਅੰਮ੍ਰਿਤਸਰੋਂ ਗਿਆ ਵਾ, ਚਾਹੇ ਹੋਰ ਕਿਤੋਂ ਗਿਆ ਵਾ, ਵੀ ਇਹ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦੇ ਆ। ਤਾਂ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਕਿਉਂ ਨਾ ਥੋੜੇ ਸਮੇਂ ਲਈ ਸਮਾਰਟ ਬਣ ਜਾਈਏ। ਇੱਕ ਤਾਂ ਇਹ ਹੈਗਾ ਕਿ ਇਹਨੂੰ ਬਿਲਕੁਲ ਆਪਾਂ ਭਰੋਸੇਯੋਗਤਾ ਦੇ ਨਾਲ ਨਹੀਂ ਲਿਆ ਜਾ ਸਕਦਾ, ਪਰ ਹਾਂ ਜੇ ਕਿਸੇ ਮੈਥਡੋਲੋਜੀ ਦੇ ਤਹਿਤ ਇਹ ਸਟੱਡੀ ਕੀਤੀ ਜਾਂਦੀ ਹੈ, ਖਾਸ ਕਰਕੇ ਜਿੱਦਾਂ ਲੋਕ ਨੀਤੀ ਦੇ ਵਿੱਚ ਜਿਹੜਾ CSDS ਵਾਲਾ ਉਹ ਕਰਦਾ ਵਾ, ਇਸ ਵਾਰੀ ਵੀ ਕੀਤੀ ਗਈ ਹੈ। ਉਹਦੇ ਵਿੱਚੋਂ ਐਪ ਦੇ ਉੱਤੇ ਸਟੱਡੀ ਹੋਈ ਸੀ, ਉਹ 42 ਪੇਜ ਦਾ ਕੁਐਸਚਨਰ ਸੀਗਾ ਕਿ ਜਿਹਦੇ ਵਿੱਚ ਇਹ ਸਵਾਲ ਨਹੀਂ ਕਹਿੰਦੇ ਵੀ ਤੁਸੀਂ ਵੋਟ ਕਿਹਨੂੰ ਪਾਈ ਆ, ਇਹਦੇ ਨਾਲ ਰਿਲੇਟਡ ਹੋਰ ਬਹੁਤ ਸਾਰੇ ਸਵਾਲ ਜਿਹੜੇ ਆ ਮਤਲਬ ਮਨ ਹੋਰ ਤਰੀਕੇ ਨਾਲ ਬੁੱਝ ਲਿਆ ਜਾਂਦਾ। 5-6 ਥਾਂ ਦੇ ਉਹਨੂੰ ਬੰਦੇ ਨੂੰ ਲਿਆ ਕੇ ਫਿਰ ਅਲਟੀਮੇਟਲੀ ਉਹ ਚੋਂ ਗੱਲ ਕੱਢੀ ਜਾਂਦੀ ਆ। ਤੇ ਉਹਦੇ ਵਿੱਚ ਵੀ ਕਦੀ ਸਿੱਧੇ ਤੌਰ ਤੇ ਅਸੀਂ ਨਹੀਂ ਕਹਿੰਦੇ ਕਿ ਉਹਦੀ ਮਰਜ਼ੀ ਆ, ਉਹਨੇ ਦੱਸਣਾ ਕਿ ਉਹਨੇ ਨਹੀਂ ਦੱਸਣਾ। ਦੂਸਰੀ ਗੱਲ ਇਹ ਹੈਗੀ ਆ ਕਿ ਨੈਚੁਰਲੀ ਹੈਗਾ ਕਿ ਜਿਸ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈਗਾ ਇਸ ਵੇਲੇ ਉਹਦੇ ਰੁਝਾਨ ਉਹਦੇ ਫੇਵਰ ਜਾਂਦਾ, ਉਹ ਖੁਸ਼ ਹੋਣਗੇ। ਜਿਹੜੀਆਂ ਦੂਸਰੀ ਪੋਲੀਟੀਕਲ ਪਾਰਟੀਆਂ ਉਹ ਨਾਰਾਜ਼ ਹੋਣਗੀਆਂ। ਜਿਹੜੀ ਤੁਸੀਂ ਇਹ ਗੱਲ ਕੀ ਵੀ 17 ਚ ਇਦਾਂ ਨਹੀਂ ਹੋਇਆ ਸੀਗਾ ਤੇ ਹੁਣ ਇਦਾਂ ਕਿਉਂ ਹੋ ਗਿਆ, ਇਹ ਕੋਈ ਇਦਾਂ ਨਹੀਂ ਹੁੰਦਾ ਵੀ ਜਿਹੜਾ 17 ਚ ਨਹੀਂ ਸੀ ਹੋਇਆ ਤੇ ਉਹ ਹੁਣ ਹੋਊਗਾ, ਤੇ ਜਿਹੜਾ ਹੁਣ ਹੋਇਆ ਵਾ ਤੇ ਉਹ ਗਾਂ ਜਾ ਕੇ ਨਹੀਂ ਹੋਣਾ। ਇਦਾਂ ਦੀ ਗੱਲ ਤਾਂ ਬਿਲਕੁਲ ਸਾਨੂੰ ਭੁੱਲ ਜਾਣੀ ਚਾਹੀਦੀ ਆ ਔਰ ਇਹ ਕਰਨੀ ਵੀ ਬੇਈਮਾਨੀ ਹੈਗੀ, ਕਿਉਂਕਿ ਹੁਣ ਲੋਕੀ ਜਿਹੜੇ ਹੈਗੇ ਆ ਉਹ ਕਿਸੇ ਦੇ ਗੁਲਾਮ ਨਹੀਂ ਹੈ, ਨਾ ਉਹ ਪਾਰਟੀ ਦੇ ਗੁਲਾਮ ਆ, ਨਾ ਨੇਤਾ ਦੇ ਗੁਲਾਮ ਹੈਗੇ। ਔਰ ਦਿਨਾਂ ਉਹ ਜ਼ਿਆਦਾ ਜਿਹੜਾ ਹੈਗਾ ਉਹ ਇੰਡੀਪੈਂਡੈਂਟ ਆਟੋਨੋਮਸ ਹੋਈ ਜਾਂਦੇ। ਮੈਂ ਤੁਹਾਨੂੰ ਦੱਸਦਾ ਗੱਲ ਕਿ 2014 ਦੇ ਵਿੱਚ ਪੰਜਾਬ ਦੇ ਵਿੱਚ ਉਦੋਂ ਵੀ ਕਿਹੜਾ ਇਹਨਾਂ ਕੋਲ ਢਾਂਚਾ ਸੀ ਆਮ ਆਦਮੀ ਪਾਰਟੀ ਕੋਲ 25%। ਇਹਨਾਂ ਨੇ ਬਹੁਤ ਸਾਰੀਆਂ ਗਲਤੀਆਂ ਕਰਨ ਦੇ ਬਾਵਜੂਦ ਵੀ 25% ਵੋਟ ਸ਼ੇਅਰ ਆ ਗਿਆ। ਫਿਰ 4 ਸੀਟਾਂ ਜਿੱਤ ਗਏ। 33 ਜਿਹੜੇ ਅਸੈਂਬਲੀ ਕਾਂਸਟੀਚੁਐਂਸੀਆਂ ਦੇ ਵਿੱਚੋਂ ਅੱਗੇ ਗਏ ਸੀ, 25 ਦੇ ਵਿੱਚੋਂ ਸੈਕੰਡ ਸੀਗੀ। ਉਸੇ ਸਮੇਂ ਦੇ ਵਿੱਚ ਕਿਉਂਕਿ ਮੈਨੂੰ ਮੌਕਾ ਮਿਲਿਆ ਪਾਕਿਸਤਾਨ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਇਹ ਤਬਦੀਲੀ ਆਈ ਆ ਤੇ ਉੱਥੇ ਲਾਹੌਰ ਯੂਨੀਵਰਸਿਟੀ 'ਚ ਜਾਂ ਇੱਕ ਲਮਜ਼ ਦੇ ਵਿੱਚ ਮੇਰਾ ਪੇਪਰ ਸੀ ਇਹਦੇ ਉੱਤੇ, ਤੇ ਉੱਥੇ ਲੋਕਾਂ ਨੇ ਸਵਾਲ ਇਹ ਚੁੱਕਿਆ ਕਿ ਇੱਥੇ ਇਮਰਾਨ ਖਾਨ ਜਿਹੜਾ ਹੈਗਾ ਸੀਗਾ ਕਿ ਬਹੁਤ ਬੁਰੀ ਤਰ੍ਹਾਂ ਇੱਥੇ ਫੇਲ ਹੋ ਗਿਆ, ਪੰਜਾਬ ਦੇ ਵਿੱਚ ਕੀ ਗੱਲ ਹੋਈ ਆ? ਤੇ ਤੁਸੀਂ ਦੇਖੋ ਉਹੀ ਇਮਰਾਨ ਖਾਨ ਜਿਹੜਾ ਹੈਗਾ ਸੀ 5 ਸਾਲਾਂ ਦੇ ਬਾਅਦ ਜਿਹੜਾ ਕਿੱਥੋਂ ਪ੍ਰਧਾਨ ਮੰਤਰੀ ਬਣ ਗਿਆ। ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜੀ ਹੈਗੀ ਆ ਉਹ ਸਰਕਾਰ ਬਣਾ ਵਿੱਚ, ਹੋਰ ਸੂਬਿਆਂ 'ਚ ਵੀ ਸਰਕਾਰ ਬਣੀ ਆ। ਸੋ ਇੱਕ ਤਾਂ ਗੱਲ ਇਹ ਹੈਗੀ। ਦੂਸਰੀ ਗੱਲ ਇਹ ਹੈਗੀ ਜਿਹੜੀ ਤੁਸੀਂ ਤਬਦੀਲੀ ਦੀ ਗੱਲ ਕੀਤੀ ਹੈ, ਜਿਹੜਾ ਮੇਰਾ ਆਪਣਾ ਤਜਰਬਾ ਹੈਗਾ ਜਾਂ ਅਸੀਂ ਦੇਖਦੇ ਹਾਂ
ਤਬਦੀਲੀ ਦੀ ਲੋਕੀ ਗੱਲ ਕਰਦੇ ਆ, ਦੋ ਚੀਜ਼ਾਂ ਬਹੁਤ ਖੁੱਲ ਕੇ ਕਰਦੇ ਆ, ਇੱਕ ਤੋਂ ਕਹਿੰਦੇ ਬਦਲਾਅ ਦੀ ਗੱਲ ਕਰਦੇ ਆ ਤੇ ਇੱਕ ਝਾੜੂ ਕਰਦੇ ਆ। ਉਹ ਕੇਜਰੀਵਾਲ ਦਾ ਨਾਂ ਨਹੀਂ ਲੈਂਦੇ, ਉਹ ਭਗਵੰਤ ਮਾਨ ਦਾ ਕੈਂਡੀਡੇਟ ਦਾ ਨਹੀਂ ਲੈਂਦੇ, ਭਗਵੰਤ ਮਾਨ ਦਾ ਨਹੀਂ ਨਾਂ ਲੈਂਦੇ। ਤੇ ਉਹ ਜਿਹੜਾ ਹੈਗਾ ਇਹ ਦੋ ਚੀਜ਼ਾਂ ਦੀ, ਇਹ ਮੈਨੂੰ ਲੱਗਦਾ ਕਿ ਜਿਹੜਾ ਐਗਜ਼ਿਟ ਪੋਲ ਹੋਏ ਆ ਔਰ ਖਾਸ ਕਰਕੇ ਚਾਣਕਿਆ ਦੀ ਤੁਸੀਂ ਗੱਲ ਕਰਦੇ ਹੋ, ਉਸ ਸਮੇਂ ਦੇ ਵਿੱਚ ਅਸੀਂ ਵੀ 3-4-5 ਦਿਨ ਵਾਸਤੇ ਵਿੱਚ ਆਪਣਾ ਜਿਹੜਾ ਸਰਵੇ ਕੀਤਾ ਸੀਗਾ। ਤੇ ਪਰ ਉਹ ਲੱਗਦਾ ਕਿ ਉਦੋਂ ਲੋਕਾਂ ਨੇ, ਕਿਉਂਕਿ ਜਿੱਦਾਂ ਦਾ ਪਿੰਡ ਦੇ ਵਿੱਚ ਇਹਨਾਂ ਦੀ ਠੀਕ ਆ ਪਾਰਟੀ ਨਹੀਂ ਹੈਗੀ, ਪਿੰਡਾਂ ਦੇ ਸਰਪੰਚ ਹੈ, ਆਟਾ ਦਾਣਾ ਉਹਨਾਂ ਕੋਲ ਲੈਂਦੇ ਆ, ਹੋਰ ਉਸ ਤਰੀਕੇ ਨਾਲ ਇੰਟਰੈਕਟ ਹੈ, ਉਦੋਂ ਲੋਕੀ ਤਾਂ ਕਹਿੰਦੇ ਸੀ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ, ਜਿਹੜੇ ਕਿ ਦੱਸਦੇ ਵੀ ਕਾਂਗਰਸ ਕਾਫੀ ਅੱਗੇ ਸੀ। ਪਰ ਉਸ ਤੋਂ ਬਾਅਦ ਜਿਹੜੀ ਹਵਾ ਚੱਲੀ, ਤੁਸੀਂ ਕਿਸੇ ਨਾਲ ਜਾ ਕੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਗਲੀ ਦੇ ਵਿੱਚ, ਮੁਹੱਲੇ ਦੇ ਵਿੱਚ, ਜਿੱਥੇ ਮਰਜ਼ੀ ਆ ਕੇ ਗੱਲ ਕਰ ਲਓ, ਹਰ ਬੰਦਾ ਝਾੜੂ ਦੀ ਗੱਲ ਕਰਦਾ। ਮਗਰਲੇ ਕੋਈ ਦਿਨਾਂ 'ਚ ਨਹੀਂ, ਮਗਰਲੇ ਦਿਨਾਂ 'ਚ ਨਹੀਂ, ਇਹ ਹਵਾ ਚੱਲੀ ਮਗਰਲੇ ਦਿਨਾਂ 'ਚ, ਪਰ ਇਲੈਕਸ਼ਨ ਤੋਂ ਬਾਅਦ ਲੋਕੀ ਸਾਇਲੈਂਟ ਹੋ ਗਏ ਸੀ। ਪਹਿਲਾਂ ਵੀ ਸਾਇਲੈਂਟ ਹੋ ਗਏ ਸੀਗੇ, ਬਾਅਦ 'ਚ ਵੀ ਸਾਇਲੈਂਟ ਹੋ ਗਏ ਸੀਗੇ, ਔਰ ਉਦੋਂ ਲੋਕੀ ਕਹਿੰਦੇ ਸੀਗੇ ਕਿ ਨਹੀਂ ਅਸੀਂ ਕਾਂਗਰਸ ਨੂੰ ਪਾਈ ਆ। ਪਰ ਹੁਣ ਬਾਅਦ ਦੇ ਵਿੱਚ ਪਤਾ ਲੱਗਾ ਕਿ ਜਿਹੜੇ ਲੋਕੀ ਕਾਂਗਰਸ ਨੂੰ ਕਹਿੰਦੇ ਸੀ ਪਾਈ ਆ, ਉਹਦੇ ਬਹੁਤ ਸਾਰੇ ਕਾਰਨ ਹੈਗੇ, ਵੀ ਬੜਾ ਕਲੀਅਰ। ਕਈਆਂ ਥਾਵਾਂ ਤੋਂ ਪਤਾ ਲੱਗਾ ਵੀ ਪੈਸੇ ਵੀ ਵੰਡੇ ਗਏ ਸੀਗੇ, ਦੋਵਾਂ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ, ਪੈਸੇ ਵੀ ਵੰਡੇ। ਹੋਰ ਵੀ ਹੁੰਦਾ, ਕਿਉਂਕਿ ਇਸ ਪਾਰਟੀ ਦਾ ਸਰਪੰਚ ਆ, ਪਿੰਡ ਦੇ ਵਿੱਚ ਆਟਾ ਦਾਲ ਵਾਲੀ ਸਕੀਮਾਂ ਚੱਲਦੀਆਂ, ਹੋਰ ਕਈ ਚੀਜ਼ਾਂ ਚੱਲਦੀਆਂ। ਜਦੋਂ ਪਿੰਡ 'ਚ ਰਹਿਣਾ ਹੁੰਦਾ, ਉਹਨੂੰ ਪਤਾ ਹੁੰਦਾ ਵੀ ਇਹਦੇ ਨਾਲ ਵਿਗਾੜ ਕੇ ਨਹੀਂ ਰੱਖੀ ਜਾ ਸਕਦੀ, ਕਲਚਰ ਚੇਂਜ ਦਾ। ਪਰ ਉਦੋਂ ਉਹਨੇ ਗੱਲ ਕਹਿਤੀ ਮੈਂ ਕਾਂਗਰਸ ਨੂੰ ਵੋਟ ਪਾਈ ਆ, ਅਕਾਲੀਆਂ ਨੂੰ ਤਾਂ ਖੈਰ ਘੱਟ ਗਈ ਆ, ਭਾਵੇਂ ਅਕਾਲੀਆਂ ਨੂੰ ਵੋਟ ਪਾਈ ਹੋਵੇ। ਪਰ ਉਹ ਤੋਂ 2-3-4-5 ਦਿਨ ਬਾਅਦ ਅਸੀਂ ਫਿਰ ਜਾ ਕੇ ਦੇਖਿਆ, ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਆ, ਫਿਰ ਇਹੀ ਗੱਲ ਨਿਕਲਦੀ, ਜਿਹਨੂੰ ਪੁੱਛਦੀ ਉਹ ਕਹਿੰਦਾ ਮੈਂ ਝਾੜੂ ਨੂੰ ਵੋਟ ਪਾਈ, ਜਿਹਨੂੰ ਕਹਿੰਦੀ ਉਹ ਝਾੜੂ ਨੂੰ ਵੋਟ ਪਾਈ ਆ। ਤਾਂ ਇੱਕ ਗੱਲ ਤੇ ਇਹ ਹੈਗਾ ਕਿ ਲੋਕਾਂ ਦਾ ਇਹ ਜਿਹੜੀਆਂ, ਮੈਂ ਕਈ ਵਾਰੀ ਬਾਰ-ਬਾਰ ਇਹ ਗੱਲ ਕਹਿਣਾ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ, ਉਹਨਾਂ ਦੇ ਲੀਡਰਾਂ ਨੂੰ ਜਾਂ ਉਹ ਪਾਰਟੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਕਿਉਂ ਲੋਕ ਉਹਨਾਂ ਨਾਲ ਨਾਰਾਜ਼ ਹੋਏ, ਕਿਉਂ ਲੋਕ ਉਹਨਾਂ ਤੋਂ ਉਦਾਸ ਵਾ, ਕਿਉਂ ਲੋਕ ਉਹਨਾਂ ਤੋਂ ਪਰੇਸ਼ਾਨ ਹੈ। ਹੁਣ ਇਹ ਜ਼ਰੂਰ ਹੈਗਾ ਕਿ ਉਹ ਦੇਖਦੇ ਵੀ ਪੰਜਾਬ ਦੇ ਵਿੱਚ ਮੁੱਦੇ ਬਹੁਤ ਬੁਰੀ ਤਰ੍ਹਾਂ ਪੰਜਾਬ ਗ੍ਰਿਸਤਿਆ ਗਿਆ ਵਾ, ਚਾਹੇ ਉਹ ਗ੍ਰੇਰੀਅਨ ਜਿਹੜਾ ਢਾਂਚਾ ਖਰਾਬ ਹੋਇਆ ਹੋਵੇ, ਜਾਂ ਅਨਪਲਾਇਮੈਂਟ ਦੀ ਗੱਲ ਹੈਗੀ, ਜਾਂ ਲੋਕਾਂ ਦੇ ਇੱਥੋਂ ਬਾਹਰ ਤੁਰੇ ਜਾਣ ਵਾਲੀ ਗੱਲ ਹੈਗੀ ਆ, ਜਾਂ ਇੱਥੇ ਨਸ਼ਿਆਂ ਵਾਲੀ ਗੱਲ ਵੀ ਆਪਾਂ ਕਹਿੰਦੇ ਆ, ਕਰਪਸ਼ਨ ਵਾਲੀ ਗੱਲ ਕਹਿੰਦੇ ਆ, ਔਰ ਉਹ ਇਹਨਾਂ ਲੋਕਾਂ ਨੂੰ ਹੀ ਜ਼ਿੰਮੇਵਾਰ ਬਣਾਉਂਦੇ ਆ। ਅੱਛਾ, ਮੈਨੂੰ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ, ਇੱਕ ਉਹ ਸਵਾਲ ਬਾਅਦ ਚ ਕਹਿੰਦੇ ਆ ਪਿਛਲੇ ਖਾਸ ਕਰਕੇ 92 ਤੋਂ ਬਾਅਦ ਇਹਨਾਂ ਨੂੰ 3 ਅਸੀਂ ਵਾਰੀਆਂ ਦੇਤੀਆਂ, ਇਹ ਮੌਕਾ ਦੇ ਲੈਨੇ ਇਹਨਾਂ ਨੂੰ, ਇਹ ਵੀ ਇੱਕ ਮੌਕਾ ਦੇ ਲਈਏ, ਨਹੀਂ ਕਰਦੇ ਅਗਲੀ ਵਾਰ ਬਦਲਣਾ। ਇਹ ਗੱਲ ਜ਼ਿਆਦਾ ਵੈਸੇ ਤੁਸੀਂ ਇੱਕ ਸਵਾਲ ਮੇਰੇ ਦਿਮਾਗ 'ਚ ਪਹਿਲੇ 4 ਫਿਕਰਿਆਂ 'ਚ ਸੁੱਟਤਾ ਕਿ ਲੋਕ ਨੀਤੀ ਵਾਲੇ ਬੜੇ ਤਰੀਕੇ ਨਾਲ ਔਰ ਬਹੁਤ ਸਾਰੇ ਸਵਾਲਾਂ ਦੇ ਨਾਲ ਪੇਸ਼ ਹੁੰਦੇ ਆ, ਤੇ ਉਹ ਲੋਕਾਂ ਦਾ ਮਨ ਟੋਹ ਲੈਂਦੇ ਆ। ਉਹਨਾਂ ਨੇ ਵੀ ਕੋਈ ਇਸ ਤਰ੍ਹਾਂ ਦਾ ਐਗਜ਼ਿਟ ਪੋਲ ਦਿੱਤਾ? ਨਹੀਂ, ਐਗਜ਼ਿਟ ਪੋਲ ਅਸੀਂ ਰੇਂਜ ਦਿੰਦੇ, ਵੈਸੇ ਤਾਂ ਸਾਡਾ ਇਹਦੇ ਵਿੱਚ ਅਸੀਂ ਇਹ ਚੀਜ਼ ਵਾਲੇ ਪਾਸੇ ਨਹੀਂ ਜਾਂਦੇ, ਸਾਡਾ ਇਹ ਨਹੀਂ ਹੁੰਦਾ। ਪਰ ਇਹ ਜ਼ਰੂਰ ਹੁੰਦਾ ਕਿ ਉਹ 'ਚ ਮੋਟਾ ਜੀ ਰੇਂਜ ਦੇ ਦਿੰਦੇ ਆ। ਫਿਰ ਮੈਂ ਉਹਦੇ ਵਿੱਚ ਜਿਹੜੀ ਰੇਂਜ ਆਈ ਸੀ, ਕਿਉਂਕਿ ਲੋਕਾਂ ਨੇ ਉਹਨੂੰ ਕਾਂਗਰਸ ਨੂੰ ਕਹਿ ਦਿੱਤਾ ਸੀ। ਮੈਂ ਉਹਦਾ ਇੱਕ ਕਾਰਨ ਇਹ ਦੱਸਦਾ ਕਿ ਇਮੀਡੀਏਟਲੀ ਅਗਲੇ ਦਿਨ ਇਹ ਜਿਹੜਾ ਸਾਡਾ ਜਿਹੜਾ ਸੀਗਾ ਪੋਲ, ਜਿਹੜਾ ਉਹਨੂੰ ਪੋਸਟ ਪੋਲ ਕਹਿੰਦੇ, ਐਗਜ਼ਿਟ ਪੋਲ ਨਹੀਂ ਹੁੰਦਾ, ਉਹ ਕਾਫੀ 1 ਘੰਟਾ ਜਿਹੜਾ ਹੈਗਾ ਸੀਗਾ, ਮੈਂ ਕਿਹਾ 45 ਮਿੰਟ ਉਹ ਬੰਦੇ ਨਾਲ ਜਿਹੜਾ ਹੈਗਾ ਇੰਟਰਵਿਊ ਕਰਨ ਦੇ ਉੱਤੇ ਸਮਾਂ ਲੱਗਦਾ ਵਾ। ਸਾਰੇ ਪੰਜਾਬ 'ਚ 45 ਕੌਂਸਟੀਟਿਊਂਸੀ ਕੀਤੀ ਆ, ਪਰ ਉਹ ਅਕੈਡੈਮਿਕ ਹੈਗੀ ਆ। ਸਭ ਤੋਂ ਪਹਿਲਾਂ 1967 ਦੇ ਵਿੱਚ ਇਹ ਲੋਕ ਨੀਤੀ ਨੇ ਜਦੋਂ CSDS ਬਣਾਇਆ ਸੀ 63 ਦੇ ਵਿੱਚ, ਪਹਿਲੀ ਸਟੱਡੀ ਉਹੀ ਸ਼ੁਰੂ ਤੋਂ ਕਰਦੇ ਆ ਰਹੇ ਆ। ਉਹਦੇ ਵਿੱਚ ਸਾਡਾ ਅਕੈਡੈਮਿਕ ਕੰਮ ਹੈਗਾ ਕਿ ਲੋਕਾਂ ਦਾ ਸੋਸ਼ਲ ਇਕਨੋਮਿਕ ਪ੍ਰੋਫਾਈਲ ਕੀ ਹੈਗਾ, ਉਹਦੇ ਆਕੂਪੇਸ਼ਨ ਕੀ ਹੈਗਾ, ਕਿਹੜਾ ਆਕੂਪੇਸ਼ਨ, ਕਿਹੜਾ ਸੋਸ਼ਲ ਪ੍ਰੋਫਾਈਲ, ਕਿਹੜੀ ਜਾਤ, ਕਿਹੜਾ ਧਰਮ, ਕਿੰਨੀ ਆਮਦਨ ਵਾਲਾ, ਕਿੰਨਾ ਪੜ੍ਹਿਆ ਲਿਖਿਆ, ਕਿੱਥੇ ਜਾ ਕੇ ਜੁੜਦਾ, ਉਹਦੀ ਵਿਚਾਰਧਾਰਾ ਕੀ ਹੈਗੀ, ਪਿਛਲੀ ਵਾਰੀ ਉਹਨੇ ਕਿਹਨੂੰ ਵੋਟ ਪਾਈ ਸੀਗੀ, ਉਹਦੀਆਂ ਚੋਇਸਿਸ ਕੀ ਹੋ ਗਈਆਂ। ਉੱਥੇ ਵੋਟ ਲਈ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰਦੇ ਵੀ ਤੁਸੀਂ ਸਾਨੂੰ ਦੱਸਣਾ ਵੋਟ ਕਿਹਨੂੰ ਪਾਈ ਕਿ ਨਹੀਂ ਪਾਈ, ਉਹਨਾਂ ਦੀ ਚੋਇਸ ਹੈਗੀ। ਉਹ ਕਿਸੇ ਸਵਾਲ ਦਾ ਜਵਾਬ ਦੇਣ ਜਾਂ ਨਾ ਦੇਣ। ਪਰ ਐਗਜ਼ਿਟ ਪੋਲ ਦੇ ਵਿੱਚ ਮੈਂ ਦੇਖਿਆ ਵੀ ਉਹ ਸਾਰਾ ਫੋਕਸ ਜਿਹੜਾ ਨਾ ਕਿਹਨੂੰ ਵੋਟ ਪਾਈ ਆ। ਕੱਲ ਵੀ ਮੇਰੀ ਇਸ ਮਾਮਲੇ ਦੇ ਉੱਤੇ ਬਹਿਸ ਹੋਈ ਸੀਗੀ ਕਿ ਜਿਹੜੇ ਖਾਸ ਕਰਕੇ ਤੁਸੀਂ ਇਹ ਦੇ ਰਹੇ ਜੋ, ਕਿਉਂਕਿ ਵੈਸਟ ਬੰਗਾਲ, ਫਿਰ ਤੁਹਾਡਾ ਸਵਾਲ ਆਊਗਾ ਕਿ ਵੈਸਟ ਬੰਗਾਲ ਦੇ ਵਿੱਚ ਦੇਖੋ ਤੁਸੀਂ ਸਾਰਿਆਂ ਨੇ ਕਹਿਤਾ ਸੀਗਾ ਵੀ ਉਹ ਮਮਤਾ ਹਾਰ ਰਹੀ ਆ। ਪੰਜਾਬ ਦੇ ਵਿੱਚ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਤਾਂ ਚੁੱਕੀ ਜਾਂਦੇ ਸੀ, ਪਰ ਮੈਨੂੰ ਲੱਗਦਾ ਕਿ ਪਿਛਲੀ ਵਾਰ ਦੀ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ, ਇਸ ਵਾਰੀ ਦੀ ਆਮ ਆਦਮੀ ਦੀ ਪਾਰਟੀ ਦੀ ਪਰਫਾਰਮੈਂਸ ਦੇ ਵਿੱਚ ਇਸ ਕਰਕੇ ਫਰਕ ਹੈਗਾ ਕਿ ਪਿਛਲੀ ਵਾਰੀ ਲੋਕਾਂ ਕੋ 10 ਸਾਲ ਦੇ ਅਕਾਲੀ ਰਜੀਮ ਤੋਂ ਬਾਅਦ ਅਮਰਿੰਦਰ ਸਿੰਘ ਨੂੰ ਮੌਕਾ ਤਾਂ ਦਿੱਤਾ ਕਿ ਜਿਹੜਾ 2002 ਤੋਂ ਲੈ ਕੇ 7 ਤੱਕ ਅਮਰਿੰਦਰ ਸਿੰਘ ਦਾ ਰਜੀਮ ਸੀਗਾ, ਖਾਸ ਕਰਕੇ ਕਿਸਾਨੀ ਵਾਸਤੇ ਜਿਹੜੀਆਂ 10 ਫਸਲਾਂ ਦੀ ਪ੍ਰੋਕਿਉਰਮੈਂਟ ਸੀਗੀ ਉਹ ਬਹੁਤ ਸਮੂਥ ਸੀ। ਉਦੋਂ ਕਿਸਾਨਾਂ ਨੇ ਕਿਤੇ ਵੀ ਜਿਹੜਾ ਹੈਗਾ ਰੇਲ ਨਹੀਂ ਸੀ ਰੋਕੀ ਜਾਂ ਕੋਈ ਬੱਸ ਨਹੀਂ ਸੀ ਰੋਕੀ, ਮੁਲਾਜ਼ਮਾਂ ਦੀਆਂ ਕੋਈ ਬਹੁਤ ਵੱਡੀਆਂ ਸਮੱਸਿਆ ਨਹੀਂ ਸੀਗੀਆਂ, ਤੇ ਠੀਕ ਠਾਕ ਸੀ ਫਾਈਨੈਂਸ਼ੀਅਲ ਉਸ ਤਰੀਕੇ ਦੇ ਨਾਲ। ਤੇ 2012 ਦੇ ਵਿੱਚ ਉਹ ਬਹੁਤ ਥੋੜੇ ਵੋਟਾਂ ਦੇ ਨਾਲ ਉਹਨੂੰ ਸਾਰੇ ਪੰਜਾਬ 'ਚ 20,000 ਵੋਟ ਚਾਹੀਦੀ ਸੀਗੀ, 10 ਸੀਟਾਂ ਇਹਨਾਂ ਦੀ ਆਪਣੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਖੜੀ ਹੋ ਗਏ ਜਾਂ ਰੈਬਲ ਖੜੇ ਹੋ ਗਏ, ਉਹਨਾਂ ਦੀ ਵਜ੍ਹਾ ਕਰਕੇ 1000 ਦੇ ਫਰਕ ਤੋਂ ਹਾਰ ਗਏ ਸੀਗੇ। ਤੇ ਉਸ ਸਮੇਂ ਲੋਕਾਂ ਕੋਲ ਚੋਇਸ ਹੈਗੀ ਸੀਗੀ ਅਮਰਿੰਦਰ ਸਿੰਘ ਦੀ।
ਇਸ ਵਾਰੀ ਲੋਕਾਂ ਨੂੰ ਲੱਗਦਾ ਵੀ ਅਮਰਿੰਦਰ ਸਿੰਘ ਜਿਸ ਦੇ ਤਰੀਕੇ ਦੇ ਨਾਲ ਲੋਕਾਂ ਨੇ ਅਮਰਿੰਦਰ ਸਿੰਘ ਤੇ ਵਿਸ਼ਵਾਸ ਪ੍ਰਗਟਾਇਆ ਸੀਗਾ, ਸ਼ਾਇਦ ਉਹਦੇ ਅਕਾਲੀਆਂ ਨਾਲੋਂ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਥੱਲੇ ਚਲਾ ਗਿਆ। ਉਹਦਾ ਕਾਰਨ ਕਰੋਨਾ ਵੀ ਹੋ ਸਕਦਾ, ਪਰ ਜਿਹੜੀ ਪਹੁੰਚ ਅਮਰਿੰਦਰ ਸਿੰਘ ਦੀ ਰਜੀਮ ਪ੍ਰਤੀ ਸੀ, ਲੋਕਾਂ ਪ੍ਰਤੀ ਸੀ, ਜਾਂ ਆਪਣੇ ਐਮਐਲਏ ਪ੍ਰਤੀ ਸੀ, ਜਾਂ ਮੰਤਰੀਆਂ ਪ੍ਰਤੀ ਸੀ, ਜਿਸ ਤਰੀਕੇ ਦੇ ਨਾਲ ਉਹ ਬਿਊਰੋਕ੍ਰੇਸੀ ਤੇ ਡਿਪੈਂਡੈਂਟ ਹੋ ਗਿਆ, ਜਿਸ ਤਰੀਕੇ ਦੇ ਨਾਲ ਉਹਨੇ ਆਪਣੇ ਜਿਹੜੇ ਅਪਾਇੰਟ ਕੀਤੇ ਸੀਗੇ ਸੈਲਫ ਅਪਾਇੰਟਡ ਓਐਸਡੀ ਸੀ, ਉਹਨਾਂ ਤੇ ਡਿਪੈਂਡੈਂਟ ਹੋ ਗਿਆ, ਲੋਕਾਂ ਨੂੰ ਰਾਬਤਾ ਜਿਹੜਾ ਸੀ ਉਹਦਾ ਨਹੀਂ ਟੁੱਟ ਗਿਆ। ਪਰ ਗੱਲ ਪ੍ਰੋਫੈਸਰ ਸਾਹਿਬ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਮਾਫੀਆਸ ਤੇ ਨੱਥ ਪਾਉਣ 'ਚ ਸਫਲ ਹੋਏ, ਅਮਰਿੰਦਰ ਸਿੰਘ ਅਕਾਲੀਆਂ ਦੇ ਮੁਕਾਬਲੇ ਇਸ ਕਰਕੇ ਪ੍ਰਵਾਨਿਤ ਸੀਗੇ ਕਿ ਉਹ ਜੋ ਕਹਿੰਦੇ ਸੀ ਕਰ ਦਿੰਦੇ ਸੀ, ਉਹਨਾਂ ਦੇ ਹੁਕਮ ਨੂੰ ਮੰਨਿਆ ਜਾਂਦਾ ਸੀ। ਉਹ ਕਰਪਸ਼ਨ ਨੂੰ ਸ਼ੁਰੂਆਤੀ ਦੌਰ 'ਚ ਲੈ ਕੇ ਰਵੀ ਸਿੱਧੂ ਵਾਲੇ ਮਾਮਲੇ ਤੋਂ ਲੈ ਕੇ ਬਾਦਲਾਂ ਨੂੰ ਹੱਥ ਪਾਉਣ ਤੋਂ ਲੈ ਕੇ ਹੋਰ ਸਾਰੇ ਮਾਮਲਿਆਂ ਦੇ ਵਿੱਚ ਉਹਦਾ ਇੱਕ ਪ੍ਰਸ਼ਾਸਕ ਵਾਲਾ ਅਕਸ ਉੱਭਰਿਆ ਤੇ ਉਹ ਪੇ ਵੀ ਕੀਤਾ ਗਿਆ। ਲੇਕਿਨ ਸਵਾਲ ਇਹ ਹੈ ਕਿ ਹੁਣ ਜੇ ਕਾਂਗਰਸ ਉਸ ਤੋਂ ਬਾਅਦ ਫੇਲ ਹੋਈ ਆ, ਮਾਫੀਆਸ ਦੇ ਨਾਂ ਤੇ ਅਮਰਿੰਦਰ ਹਟਾਏ ਗਏ, ਬਾਦਲਾਂ ਨਾਲ ਰਲੇ ਹੋਣ ਦੇ ਨਾਂ ਤੇ ਅਮਰਿੰਦਰ ਹਟਾਏ ਗਏ, ਲੇਕਿਨ ਚੰਨੀ ਆਖਰੀ ਸਮੇਂ ਇਲੈਕਸ਼ਨ ਦੇ ਵਿੱਚ ਆਪਣੇ ਭਾਣਜੇ ਦੇ ਫੜੇ ਜਾਣ ਦੀ ਖਬਰ ਦੇ ਨਾਲ ਪੇਸ਼ ਹੁੰਦੇ। ਸੋ ਕਾਂਗਰਸ ਨੂੰ ਰੱਦ ਕੀਤਾ ਗਿਆ, ਅਕਾਲੀਆਂ ਨੂੰ ਪ੍ਰਵਾਨ ਹੀ ਨਹੀਂ ਦੁਬਾਰਾ ਕੀਤਾ ਗਿਆ ਜੋ ਐਗਜ਼ਿਟ ਪੋਲ ਕਹਿ ਰਿਹਾ। ਲੇਕਿਨ ਜਿਹੜੇ ਅੰਕੜੇ ਦਿੱਤੇ ਜਾ ਰਹੇ ਆ ਕਿ 1 to 1 ਜਿਹੜੀ ਲੜਾਈ ਹੋਈ ਆ ਮਾਝੇ ਦੇ ਵਿੱਚ, ਦੁਆਬੇ ਦੇ ਵਿੱਚ, ਮਾਲਵੇ ਦੇ ਕੁਝ ਹਿੱਸਿਆਂ 'ਚ, ਉਹਦੇ 'ਚ ਅਕਾਲੀ ਇੰਨੀ ਬੁਰੀ ਤਰ੍ਹਾਂ ਨਹੀਂ ਜਾ ਰਹੇ ਕਿ ਉਹਨਾਂ ਨੂੰ 10-11 ਤੱਕ ਸੀਮਤ ਕਰ ਦਿਓ। ਕਾਂਗਰਸੀ ਇੰਨੀ ਬੁਰੀ ਤਰੀਕੇ ਨਾਲ ਪਿੱਛੇ ਧੱਕੇ ਨਹੀਂ ਗਏ ਕਿ ਤੁਸੀਂ 85 ਸੀਟਾਂ ਦੇ ਦਿਓ ਜਾਂ 100 ਸੀਟਾਂ ਦੇ ਦਿਓ ਜਾਂ 75 ਦੇ ਦਿਓ ਜਾਂ 65 ਤੱਕ ਦੇ ਦਿਓ। ਸੋ ਇਹ ਕਿਹੜਾ ਕਾਰਨ ਹੈ ਕਿ ਐਗਜ਼ਿਟ ਪੋਲਸ ਦੇ ਵਿੱਚ ਇੰਨੀ ਫਸਵੀਂ ਟੱਕਰ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਉੱਪਰ ਦਿਖਾਇਆ ਜਾ ਰਿਹਾ, ਔਰ ਹਵਾ ਇੰਜ ਲੱਗਦਾ ਵੀ ਜਿਵੇਂ ਇਹ ਕੋਈ ਚੋਣ ਨਤੀਜੇ ਲੜਾਈ ਚੋਂ ਨਹੀਂ ਆ ਰਹੇ, ਹਵਾ ਚੋਂ ਆ ਰਹੇ ਆ। ਇਹ ਲੜਾਈ ਚੋਂ ਨਹੀਂ ਆ ਰਹੇ, ਉਹਨਾਂ ਦੀ ਹਨੇਰੀ ਹੈ, ਨੈਕ ਟੂ ਨੈਕ ਫਾਈਟ ਗਰਾਊਂਡ ਤੇ ਤਾਂ ਦਿਸਦੀ ਹੈ, ਫਿਰ ਉਹ ਐਗਜ਼ਿਟ ਪੋਲਸ ਦੇ ਨਤੀਜਿਆਂ 'ਚ ਕਿਉਂ ਨਹੀਂ ਦਿਸਦੀ? ਇਹਨੂੰ ਕਿਵੇਂ ਤੁਸੀਂ ਲੈਂਦੇ ਹੋ? ਨਹੀਂ, ਮੇਰੇ ਖਿਆਲ ਐਗਜ਼ਿਟ ਪੋਲ ਦੇ ਵਿੱਚ ਇਸ ਵੇਲੇ ਇਹ ਤਾਂ ਕਹਿ ਦੇਣਾ ਕਿ ਇੱਕ ਤੁਹਾਨੂੰ ਟੈਂਟੇਟਿਵ ਤੁਸੀਂ ਦੇ ਸਕਦੇ ਜੋ ਐਗਜ਼ਿਟ ਪੋਲ ਵੀ ਦੱਸਦੀ ਆ, ਤੇ ਜੇ ਤੁਸੀਂ ਗਰਾਊਂਡ 'ਚ ਫਿਰਦੇ ਤੁਰਦੇ, ਤੁਸੀਂ ਪੱਤਰਕਾਰ ਜੋ ਵੱਡੇ ਤੁਸੀਂ ਫਿਰਦੇ ਹੋ, ਅਸੀਂ ਫਿਰਦੇ ਤੁਰਦੇ ਆ, ਉੱਥੋਂ ਗੱਲ ਲੱਭਦੀ ਆ, ਉਹਦੇ ਵਿੱਚੋਂ ਗੱਲ ਲੱਗਦੀ ਆ ਵੀ ਲੋਕੀ ਇਹਨਾਂ ਪਾਰਟੀਆਂ ਦਾ ਨਾਂ ਨਹੀਂ ਲੈਂਦੇ। ਮੈਂ ਤਾਂ ਪਿਛਲੇ ਸਮੇਂ ਦੇਖਿਆ ਵੀ ਆਪ ਨੂੰ ਵੋਟ ਪਾਉਣ ਵਾਲੇ ਲੋਕ ਵੋਕਲ ਹੈਗੇ ਆ, ਅਕਾਲੀ ਕਾਂਗਰਸ ਨੂੰ ਵੋਟ ਪਾਉਣ ਵਾਲੇ ਜਿਹੜੇ ਲੋਕ ਉਹ ਸਾਇਲੈਂਟ ਆ। ਕੋਈ ਖੁੱਲ ਕੇ ਪਿੰਡ 'ਚ ਨਹੀਂ ਕਹਿੰਦਾ ਮੈਂ ਅਕਾਲੀ ਕਾਂਗਰਸ ਨੂੰ ਵੋਟ ਪਾਈ ਆ, ਸਾਰੇ ਉੱਥੇ ਚੁੱਪ ਕੀਤੇ ਆ। ਉਹਦੇ ਹੋਰ ਕਾਰਨ ਹੋ ਸਕਦੇ ਆ। ਜਿਹੜੀ ਗੱਲ ਤੁਸੀਂ ਕੀਤੀ ਅਮਰਿੰਦਰ ਸਿੰਘ ਦੀ, ਅਮਰਿੰਦਰ ਸਿੰਘ ਦੇ ਇਹ ਜਿਹੜੇ ਸੀਗੇ ਆਪਣਾ ਸਮਾਂ ਸੀਗਾ, ਅਮਰਿੰਦਰ ਸਿੰਘ ਖੁਦ ਫਸੇ ਹੋਏ। ਤੁਹਾਡੀ ਉਹ ਵੀ ਗੱਲ ਠੀਕ ਸੀਗੀ ਕਿ ਅਮਰਿੰਦਰ ਸਿੰਘ ਨੇ ਇਹਨਾਂ ਬਾਦਲਾਂ ਨੂੰ ਫੜ ਕੇ ਅੰਦਰ ਵੀ ਦਿੱਤਾ ਹੈ ਉਸ ਸਮੇਂ ਦੇ ਵਿੱਚ, ਪਰ ਜਦੋਂ ਅਮਰਿੰਦਰ ਸਿੰਘ ਖੁਦ ਇੱਕ ਬਹੁਤ ਵੱਡਾ ਜਿਹੜਾ ਸਿਟੀ ਸਕੈਮ ਸੀਗਾ ਉਹਦੇ ਵਿੱਚ ਫਸ ਗਿਆ। ਦੂਸਰਾ ਸੀਗਾ ਕਿ ਅਮਰਿੰਦਰ ਸਿੰਘ ਦੀ ਫੈਮਿਲੀ ਕੁਝ ਜਿਹੜੀ ਹੈਗੀ ਆ ਈਡੀ ਦੀ ਦੂਸਰਿਆਂ ਦੀ ਰਡਾਰ ਦੇ ਉੱਤੇ ਸੀਗੀ। ਅਮਰਿੰਦਰ ਸਿੰਘ ਦੇ ਹੋਰ ਰਿਸ਼ਤੇਦਾਰ ਜਿਹੜੇ ਹੈਗੇ ਸੀ, ਖਾਸ ਕਰਕੇ ਯੂਪੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਮੇਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਵੀ ਇਸ ਕਿਸਮ ਦਾ ਜਿਹੜਾ ਪ੍ਰੈਸ਼ਰ ਸੀ ਸੈਂਟਰ ਗਵਰਨਮੈਂਟ ਦਾ। ਹੋ ਸਕਦਾ ਕਿਉਂਕਿ ਅਕਾਲੀ ਜਿਹੜੇ ਹੈਗੇ ਸੀਗੇ ਉਹ ਬੀਜੇਪੀ ਦੇ ਭਾਈਵਾਲ ਸੀਗੇ, ਕਿ ਲੰਮੇ ਸਮੇਂ ਤੋਂ ਬੀਜੇਪੀ ਦੇ ਭਾਈਵਾਲ ਆ, ਪਿਛਲੇ 5-6 ਮਹੀਨੇ ਪਹਿਲਾਂ ਛੱਡ ਕੇ ਉਤੋਂ ਬਾਹਰ ਆਏ ਆ। ਹੋ ਸਕਦਾ ਇਹ ਕਾਰਨ ਹੋਵੇ ਕਿ ਉਹਨਾਂ ਦੇ ਥਰੂ ਜਿਹੜਾ ਸੀ ਉਹ ਅਮਰਿੰਦਰ ਸਿੰਘ ਨੂੰ ਡਰਾਉਂਦੇ ਹੋਣ ਕਿ ਜੇ ਤੂੰ ਕੁਝ ਕੀਤਾ ਤੇ ਈਡੀ ਵੀ ਹੈਗੀ ਆ, ਸਾਰਾ ਕੁਝ ਹੈਗਾ। ਇਹਦੇ 'ਚ ਮੈਂ ਤੁਹਾਨੂੰ ਰੋਕ ਲਾਂ ਇੱਕ ਪਲ। ਹਾਂ, ਮੈਂ ਜਿਹੜੇ ਅੰਦਰੂਨੀ ਸਰੋਤ ਆ ਉਹਨਾਂ ਤੋਂ ਇਹ ਜਾਣਕਾਰੀ ਹਾਸਲ ਕਰਨ ਦੇ ਸਮਰੱਥ ਹੋ ਸਕਿਆ ਕਿ ਅਮਰਿੰਦਰ ਸਿੰਘ ਨੂੰ ਨਾ ਤਾਂ ਈਡੀ ਦਾ ਡਰ ਸੀ, ਇਹ ਕੋਈ ਨਵਾਂ ਨਹੀਂ ਸੀ ਉਹਦੇ ਲਈ, ਨਾ ਇਨਕਮ ਟੈਕਸ ਤੇ ਉਹਦੇ ਪੁੱਤਰ ਵਾਲੇ ਜਿਹੜੇ ਬਾਰ-ਬਾਰ ਨੋਟਸ ਸੀ ਉਹਨਾਂ ਦਾ ਵੀ ਡਰ ਸੀ। ਸਵਾਲ ਸਿਰਫ ਇੰਨਾ ਸੀ ਕਿ ਉਹਨਾਂ ਦੀ ਪਾਕਿਸਤਾਨੀ ਮਹਿਲਾ ਮਿੱਤਰ, ਵੈਸੇ ਮੈਂ ਇਸ ਪੱਧਰ ਦੀ ਗੱਲ ਅੱਜ ਤੱਕ ਨਹੀਂ ਕੀਤੀ, ਮੈਂ ਜ਼ਰੂਰ ਕਰੂੰਗਾ, ਸੁਖਬੀਰ ਸਿੰਘ ਬਾਦਲ ਦੇ ਰਾਜ ਵੇਲੇ ਵੀ ਜਿਹੜੀ ਇੱਕ ਸਾਂਝ ਸੀ, ਔਰ ਉਸ ਤੋਂ ਬਾਅਦ ਮੋਦੀ ਗਵਰਨਮੈਂਟ ਦੇ ਨਾਲ ਵੀ ਜਿਹੜਾ ਇੱਕ ਰਿਸ਼ਤਾ ਅੱਗੇ ਵਧਿਆ, ਉਹ ਸਿਰਫ ਕੁਝ ਕਮਜ਼ੋਰੀਆਂ ਕਰਕੇ ਐਸਟੈਬਲਿਸ਼ ਹੋ ਸਕਿਆ ਕਿਉਂਕਿ ਇਹ ਅਨਸਰ ਦੀਆਂ ਲੋੜਾਂ ਸੀ। ਹਾਲਾਂਕਿ ਅਖੀਰ ਦੇ ਵਿੱਚ ਇਹ ਮੇਰੇ ਕੋਲ ਪੁਖਤਾ ਜਾਣਕਾਰੀ ਆ ਕਿ ਉੱਪਰਲੀ ਸੱਤਾ ਨੇ ਇਹ ਗੱਲ ਯਕੀਨੀ ਬਣਾਤੀ ਸੀ ਕਿ ਹੁਣ ਉਹ ਨਹੀਂ ਇੱਥੇ ਰਹਿ ਸਕਦੇ, ਉਹਨਾਂ ਨੂੰ ਵੀਜ਼ਾ ਨਹੀਂ ਮਿਲ ਸਕਦਾ। ਇਹ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ, ਪਰ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਜ਼ਿਆਦਾ ਪ੍ਰੈਸ਼ਰ ਵਿੱਚ ਇਸ ਇੱਕ ਰਿਸ਼ਤੇ ਕਰਕੇ ਵੀ ਗਏ ਜਿਹਨੂੰ ਅਸੀਂ ਸਾਰੇ ਪ੍ਰਵਾਨ ਤਾਂ ਕਰ ਲੈਂਦੇ ਆ। ਕੋਈ ਨਹੀਂ ਰਾਜਾ ਮਹਾਰਾਜਿਆਂ ਕਰਕੇ ਕੋਈ ਨਹੀਂ ਕਹਿੰਦਾ ਵੀ ਇਹ ਕੁਝ ਵੀ ਅਨੈਤਿਕ ਥੋੜੀ ਇਹਦੇ ਚ, ਅਗਲੇ ਦੀ ਮਰਜ਼ੀ ਆ, ਇਹ ਲਾਈਫ ਸਟਾਈਲ ਹੈ, ਉਹਦਾ ਹੀ ਨਿੱਜ ਆ। ਲੇਕਿਨ ਪੰਜਾਬ ਨੇ ਭੁਗਤਿਆ। ਕੈਪਟਨ ਅਮਰਿੰਦਰ ਸਿੰਘ ਲੋਕਾਂ ਲਈ ਉਪਲਬਧ ਨਹੀਂ ਰਹੇ। ਮਗਰਲੇ ਸਮੇਂ 'ਚ ਕਰੋਨਾ ਤੋਂ ਬਾਅਦ ਤਾਂ ਉਹ ਬਿਲਕੁਲ, ਕਰੋਨਾ ਦੇ ਦੌਰ ਤੇ ਉਸ ਤੋਂ ਬਾਅਦ ਬਿਲਕੁਲ ਹੀ ਨਜ਼ਰ ਨਹੀਂ ਆਏ। ਉਹ ਕੈਮਰੇ ਤੇ ਬਹੁਤ ਨਜ਼ਰ ਆਉਂਦੇ ਸੀ, ਆਪਣੇ ਕਮਰੇ 'ਚੋਂ ਨਜ਼ਰ ਆਉਂਦੇ ਸੀ, ਪਰ ਉਹ ਜਿਹੜੀ ਇੱਕ ਐਮਐਲਏਸ ਦੀ ਭੁੱਖ ਸੀ ਵੀ ਸਾਡਾ ਰਾਜਾ, ਸਾਡਾ ਸ਼ਾਸਕ ਸਾਨੂੰ ਮਿਲੇ, ਮੰਤਰੀਆਂ ਦੇ ਅੰਦਰ ਆਕਰੋਸ਼ ਫੈਲ ਗਿਆ, ਉਹਨਾਂ ਦੇ ਪੰਗੇ ਅਫਸਰਾਂ ਨਾਲ ਹੋ ਗਏ। ਇਹ ਸਾਰੀਆਂ ਚੀਜ਼ਾਂ ਨੇ
ਲੇਕਿਨ ਮੈਨੂੰ ਇਹ ਜ਼ਰੂਰ ਸਮਝਾ ਦਿਓ, ਇਹਦੇ ਵਿੱਚ ਫਿਰ ਵੀ ਆਮ ਆਦਮੀ ਪਾਰਟੀ ਜਿਹੜੀ ਕਿਤੇ ਵੀ ਸੀਨ 'ਚ ਨਹੀਂ ਸੀ, ਉਹ ਕਿਵੇਂ ਸੀਨ 'ਚ ਆਉਂਦੀ ਆ? ਇਹਨਾਂ ਦੀ ਅਸਫਲਤਾ 'ਚੋਂ ਆ ਰਹੀ ਆ, ਜਾਂ ਕੇਜਰੀਵਾਲ ਦੀ ਕ੍ਰੈਡੀਬਿਲਿਟੀ ਪੰਜਾਬ ਦੇ ਨਜ਼ਰੀਏ ਤੋਂ ਉਹਦੀ ਸਮਝ ਨੂੰ ਲੈ ਕੇ? ਕਿਉਂਕਿ ਤੁਹਾਡਾ ਕੇਜਰੀਵਾਲ ਦੇ ਨਾਲ ਪੰਗੇ ਚਾਏ ਵਿਅਕਤੀਆਂ ਨਾਲ ਸਿੱਧਾ ਸੰਬੰਧ ਰਿਹਾ, ਉਹ ਵੀ ਦੱਸਦੇ ਹੋਣਗੇ ਜੋਗਿੰਦਰ ਯਾਦਵ ਵਰਗੇ, ਕਿ ਇਹ ਕਿਸ ਤਰ੍ਹਾਂ ਦਾ ਰਜੀਮ ਹੈ, ਇਹ ਕਿਸ ਤਰ੍ਹਾਂ ਦਾ ਸ਼ਾਸਨ ਹੈ, ਇਹ ਪੰਜਾਬ ਨੂੰ ਕਿਵੇਂ ਐਡਰੈਸ ਕਰਨਗੇ। ਇਹ ਦੋ ਤਿੰਨ ਪਹਿਲੂ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਖੜਪੁਣਾ ਔਰ ਉਹਦਾ ਆਪਣਾ ਨਿੱਜ, ਤੇ ਇਸ ਤੋਂ ਬਾਅਦ ਜੇ ਕੇਜਰੀਵਾਲ ਪੇਸ਼ ਹੋ ਜਾਂਦੇ ਆ ਤੇ ਉਹਦਾ ਆਪਣਾ ਨੈਸ਼ਨਲ ਇੱਕ ਨਜ਼ਰੀਆ, ਤੇ ਉਹਦਾ ਦਿੱਲੀ ਵਰਗੀ ਅਪਰੋਚ, ਤੇ ਲੋਕਲ ਲੀਡਰਸ਼ਿਪ ਤੇ ਬਿਲਕੁਲ ਹੀ ਉਹਨਾਂ ਤੇ ਭਰੋਸਾ ਨਾ ਕਰਨਾ। ਇਹਨਾਂ ਚੀਜ਼ਾਂ ਨੂੰ ਅੱਗੇ ਕਿਵੇਂ ਵਧਾਵਾਂਗੇ? ਪੰਜਾਬੀ ਕਿਹੋ ਜਿਹੇ ਰਾਜ ਵੱਲ ਵਧ ਰਹੇ? ਇਹਦਾ ਇੱਕ ਲਾਈਨ ਚ ਰੰਧਾਵਾ ਸਾਹਿਬ ਅਸਰ ਜਿਹੜਾ ਜਵਾਬ ਹੈਗਾ, ਇੱਥੇ ਨਾ ਉਹ ਕੇਜਰੀਵਾਲ ਨੂੰ ਦੇਖਦੇ ਆ, ਇੱਥੇ ਪੰਜਾਬ ਦੇ ਲੋਕ ਖੁਦ ਧਿਰ ਬਣ ਗਏ ਇਹਨਾਂ ਦੋ ਟ੍ਰੈਡੀਸ਼ਨਲ ਰਾਜਸੀ ਪਾਰਟੀਆਂ ਦੇ ਖਿਲਾਫ। ਇਹ ਬੜੀ ਵੱਡੀ ਗੱਲ ਹੈ। ਪੰਜਾਬ ਦੇ ਲੋਕ ਫਿਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਗਲੇ ਪਾਸੇ ਵੱਲ ਕੌਣ ਹੈ, ਜਿੱਦਾਂ ਦਾ ਸਾਡਾ ਪੰਜਾਬ ਦੇ ਲੋਕਾਂ ਦਾ ਸੁਭਾਅ ਹੈਗਾ। ਕਿਉਂਕਿ ਕੇਜਰੀਵਾਲ ਨੂੰ ਰਿਜੈਕਟ ਲਵੋਗੇ ਕੋਈ ਗੱਲ ਨਹੀਂ, ਰਿਜੈਕਸ਼ਨਾਂ ਬਹੁਤ, ਇਸ ਪਾਰਟੀ ਨੂੰ ਰਿਜੈਕਸ਼ਨਾਂ ਲੋਕਾਂ ਨੇ ਇਹ ਸੋਚ ਲਿਆ। ਉਹਨਾਂ ਦੀ ਮਾਨਸਿਕਤਾ ਨੂੰ ਥੋੜਾ ਬਹੁਤਾ ਮੈਂ ਹੋ ਸਕਦਾ ਵੀ ਮੈਂ ਉਹਨਾਂ ਸਾਈਕੋਲੋਜੀਕਲੀ ਪਰ ਨਾ ਸਮਝ ਸਕਾਂ, ਜਾਣ ਸਕਾਂ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਪਹਿਲਾਂ ਲਾਂਭੇ ਕਰੀਏ, ਇਹਨੂੰ ਲੈ ਕੇ ਆਈਏ, ਇਹਨਾਂ ਮੁੜ ਕੇ ਬਾਅਦ ਹਿਸਾਬ ਕਿਤਾਬ ਕਰ ਲਵਾਂਗੇ, ਇਹਨਾਂ ਨੂੰ ਗਲੋਂ ਲਾਉਣਾ ਬਹੁਤ ਜ਼ਰੂਰੀ ਆ। ਤੋ ਇੱਥੇ ਕੇਜਰੀਵਾਲ ਨੋ ਕੇਜਰੀਵਾਲ ਪੰਜਾਬ ਦੇ ਲੋਕ ਖੁਦ ਜਿਹੜੇ ਹੈਗੇ ਧਿਰ ਬਣੇ। ਤੁਸੀਂ ਇਹ ਦੇਖੋ ਵੀ ਜਦੋਂ ਝਾੜੂ ਨੂੰ ਕਹਿੰਦੇ ਅਸੀਂ ਬਦਲਾਅ ਦੀ ਗੱਲ ਕਰਨੀ ਆ ਜਾਂ ਝਾੜੂ ਦੀ ਗੱਲ ਕਰਨੀ ਆ, ਤਿੰਨ ਚੀਜ਼ਾਂ ਵੋਟਾਂ ਪਾਉਣ ਵੇਲੇ ਬਹੁਤ ਜ਼ਰੂਰੀ ਹੁੰਦੀਆਂ। ਪਹਿਲਾ ਹੁੰਦਾ ਵਾ ਕਿ ਪਾਰਟੀ। ਹੁਣ ਦੇਖਿਆ ਜਾਵੇ ਕਿ ਆਮ ਆਦਮੀ ਪਾਰਟੀ, ਮੈਂ ਇਹਨਾਂ ਦੇ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਆ, ਸਾਡਾ ਮਿੱਤਰ ਵੀ ਆ, ਸਟੂਡੈਂਟ ਵੀ ਰਿਹਾ ਵਾ, ਹਰਪਾਲ ਚੀਮਾ ਨੂੰ ਸਵਾਲ ਪੁੱਛਿਆ ਸੀ ਲਾਈਵ ਕਿ ਮੈਨੂੰ ਇਹ ਦੱਸ ਕਿ ਕੀ ਆਮ ਆਦਮੀ ਪਾਰਟੀ ਆ ਕਿ ਨਹੀਂ। ਚਲੋ ਉਹ ਵੀ ਹੱਸਣ ਡਿਆ ਪਿਆ, ਅੱਛਾ ਮੈਂ ਵੀ ਟਾਲਤਾ। ਦੂਸਰਾ ਹੈ ਕਿ ਪਾਰਟੀ ਸਟਰਕਚਰ ਨਹੀਂ ਹੈਗਾ ਜਿਹੜਾ ਪਾਰਲੀਮੈਂਟ 'ਚ ਬਹੁਤ ਜ਼ਰੂਰੀ ਹੁੰਦਾ। ਦੂਸਰਾ ਇਹ ਸੀਗਾ ਕਿ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਊਗਾ। ਭਗਵੰਤ ਮਾਨ ਤੇ ਲੋਕੀ ਬਹੁਤ ਕਰਦੇ ਆ, ਕਿੰਤੂ ਪਰੰਤੂ ਕਰਦੇ ਆ, ਕੈਪੇਬਿਲਿਟੀ ਦੂਸਰਾ ਤੀਸਰਾ ਪਾਸਾ। ਸੀਐਮ ਜੇ ਜੋਗੀ ਵਰਗੇ ਚਲਾ ਸਕਦੇ ਆ, ਖੱਟਰ ਵਰਗੇ ਚਲਾ ਸਕਦੇ ਆ, ਤੇ ਇਹ ਤੇ ਉਹਨਾਂ ਨੂੰ ਫਿਰ ਵੀ ਐਂਟੀ ਰੈਬਰ ਰਿਹਾ ਸ਼ੁਰੂ ਤੋਂ, ਭਾਵੇਂ ਕੁਲਫੀ ਗਰਮ ਸੀ, ਭਾਵੇਂ ਕੁਛ ਵੀ ਸੀਗਾ। ਨਹੀਂ, ਉਹ ਕ੍ਰੀਏਟਿਵ ਬੰਦਾ ਦਾ ਹਿੱਸਾ ਨਹੀਂ, ਕ੍ਰੀਏਟਿਵ ਹੈ, ਉਹਦੇ ਵਿੱਚ ਹੋ ਰਿਹਾ। ਤੀਸਰਾ ਹੁੰਦਾ ਉਹਦਾ ਏਜੰਡਾ ਜਾਂ ਹੋਰ ਚੀਜ਼ਾਂ ਜਿਹੜੀਆਂ ਹੁੰਦੀਆਂ, ਉਹ ਤਾਂ ਸਿਸਟਮ ਬਣਾਉਂਦਾ। ਜਿਹੜਾ ਤੁਹਾਡਾ ਜਿਹੜਾ ਕੈਂਡੀਡੇਟ ਆ, ਲੋਕਾਂ ਨੇ ਦੋ ਚੀਜ਼ਾਂ, ਕੋਈ ਚੀਜ਼ ਨਹੀਂ ਵੇਖੀ, ਇੱਕ ਬਦਲਾਅ ਦੀ ਗੱਲ ਕਰਦੇ ਆ, ਇੱਕ ਉਹ ਝਾੜੂ ਦੀ ਗੱਲ ਕਰਦੇ ਆ। ਬਿਲਕੁਲ। ਇਹਦਾ ਮਤਲਬ ਹੈਗਾ ਕਿ ਆਮ ਆਦਮੀ ਪਾਰਟੀ ਦੇ ਜੇ ਉਹਨੂੰ ਤਾਕਤ ਮਿਲਦੀ ਆ, ਜਿਹੜੀ ਗੱਲ ਤੁਸੀਂ ਐਗਜ਼ਿਟ ਪੋਲ ਕਰ ਰਹੇ ਆ, ਸਾਰੇ ਕਰ ਰਹੇ ਆ, ਆਮ ਆਦਮੀ ਪਾਰਟੀ ਦੇ ਉੱਤੇ ਬਹੁਤ ਜ਼ਿਆਦਾ ਵੱਡਾ ਭਾਰ ਪੈਣ ਨੂੰ ਫਿਰਦਾ। ਕਿਉਂਕਿ ਇਸ ਆਮ ਆਦਮੀ ਪਾਰਟੀ ਦੇ ਵਿੱਚ ਹਰ ਇੱਕ ਨੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਤਾਕਤ ਦੇਣ ਲਈ ਆਪ ਮੂਹਰੇ ਹੋ ਕੇ ਖੁਦ ਆਪਣਾ ਜ਼ਿੰਮੇਵਾਰ ਬਣ ਕੇ ਇਹਨਾਂ ਨੂੰ ਵੋਟ ਪਾਈ ਹੈ। ਬਿਲਕੁਲ ਠੀਕ ਹੈ। ਤੋ ਇਸ ਕਰਕੇ ਇੱਕ ਤਾਂ ਦੇਖਿਆ ਜਾਵੇ ਕਿ ਇਹ ਇੱਕ ਡੈਮੋਕ੍ਰੇਸੀ ਦੀ ਨਵੀਂ ਪਰਿਭਾਸ਼ਾ ਹੈ ਪੰਜਾਬ 'ਚ। ਇਹ ਪੰਜਾਬ ਦੇ ਵਿੱਚ ਨਵੀਂ ਰਾਜਨੀਤੀ ਦੀ ਇੱਕ ਸ਼ੁਰੂਆਤ ਹੈਗੀ ਆ, ਜਿੱਥੇ ਲੋਕੀ ਅੱਗੇ ਆਏ ਆ, ਲੋਕੀ ਸਾਹਮਣੇ ਆਏ ਆ। ਸਾਰੇ ਉਹਨਾਂ ਨੇ ਜਾਤ ਪਾਤ, ਧਰਮ, ਧੜੇ, ਪੈਸੇ, ਥ੍ਰੈਟ, ਵੱਡੇ ਵੱਡੇ ਸਰਦਾਰ, ਦੂਸਰੇ ਤੀਸਰੇ ਜਿਹੜੇ ਖਾਨਦਾਨੀ ਸਰਦਾਰ, ਤਿੰਨਾਂ ਪੀੜ੍ਹੀਆਂ ਵਾਲੇ, ਪੰਜਾਂ ਪੀੜ੍ਹੀਆਂ ਵਾਲੇ, 6 ਪੀੜ੍ਹੀਆਂ ਵਾਲੇ, ਉਹਨਾਂ ਸਾਰਿਆਂ ਨੂੰ ਢਾਹ ਮਾਰਤੀ, ਰੱਦ ਕਰ। ਔਰ ਇਹ ਵੀ ਡਰ ਲੱਗਦਾ ਕਈ ਵਾਰੀ ਜੋ ਲੋਕਾਂ ਕਹਿੰਦੇ ਆ ਵੀ ਜਿਹੜੇ ਬਹੁਤ ਵੱਡੇ ਸਿਆਸਤਦਾਨ ਹੈਗੇ, ਜਿਹਨਾਂ ਨੂੰ ਆਪਾਂ ਵੋਟ ਕਹਿੰਦੇ ਆ, ਕਿ ਉਹਨਾਂ ਨੂੰ ਵੀ ਬਹੁਤ ਵੱਡਾ ਚੈਲੰਜ ਫੇਸ ਕਰਨਾ ਪੈ ਰਿਹਾ। ਇਹ ਇੱਕ ਤੇ ਤੁਹਾਡਾ ਇਹ ਹੋ ਗਿਆ। ਅਮਰਿੰਦਰ ਸਿੰਘ ਦੇ ਸਵਾਲ ਉੱਤੇ ਮੈਂ ਉਹ ਜਿਹੜਾ ਨਾ ਉਹ ਮੋਰਲ ਕੁਐਸਚਨ ਆ, ਮੈਂ ਉਸ ਪਾਸੇ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਵੀ ਠੀਕ ਆ ਉਹ ਉਹਨਾਂ ਦੇ ਕਰੀ ਗਏ, ਪਰ ਅਮਰਿੰਦਰ ਸਿੰਘ ਦਾ ਡਿਊਲ ਜਿਹੜਾ ਇਹਦੇ ਵਿੱਚ ਸਟੈਂਡ ਸੀਗਾ, ਪਾਕਿਸਤਾਨ ਨਾਲ ਦੁਸ਼ਮਣੀ ਆ ਤੇ ਤੁਹਾਡੇ ਉਹਨਾਂ ਦੇ ਜਿਹੜੇ ਹੈਗੇ ਜਿਹਨਾਂ ਤੁਸੀਂ ਕਹਿੰਦੇ ਉਹਦੇ ਨਾਲ ਤੁਹਾਡੀ ਦੋਸਤੀ ਆ। ਸਿੱਧੂ ਦੇ ਮਾਮਲੇ 'ਚ ਤੁਸੀਂ ਕਹਿੰਦੇ ਹੋ ਕਿ ਇਹ ਰਾਸ਼ਟਰ ਵਿਰੋਧੀ ਗੱਲ ਆ। ਔਰ ਵਸਾ ਮੈਂ ਇਹਦੇ ਨਾਲ ਇਹ ਗੱਲ ਜੋੜ ਦੇਣਾ, ਜਿਹੜਾ ਬੰਦਾ, ਮੈਨੂੰ ਤੇ ਇਹ ਨਹੀਂ ਸਮਝ ਆਈ, ਬੀਜੇਪੀ ਦਾ ਪੱਠਾ ਜੇ ਘੱਟ ਬੈਠਾ ਤੇ ਇਹਨਾਂ ਦੇ ਜਿਹੜੇ ਮੰਤਰੀ ਆਣ ਕੇ ਪੰਜਾਬ ਸਟੇਟਮੈਂਟ ਦੇਣ ਡਿਆ ਕਿ ਜੇ ਪੰਜਾਬ ਦੇ ਵਿੱਚ ਹੋਰ ਕੋਈ ਪਾਰਟੀ ਜਿੱਤੀ ਤੇ ਪਟਾਕੇ ਲਾਹੌਰ ਚੱਲਣਗੇ। ਇਹਨੂੰ ਉਹ ਨਹੀਂ ਸਮਝ ਆ ਗਈ ਵੀ ਲਾਹੌਰ ਦੇ ਪਟਾਕੇ ਤੇ ਪੰਜਾਬ ਦੇ ਪਟਾਕੇ ਬਹੁਤ ਸਾਂਝੇ ਆ। ਪੰਜਾਬ ਦੇ ਵਿੱਚ ਜਿਹੜਾ ਬੰਦਾ ਪਾਕਿਸਤਾਨ ਨਾਲ ਚੰਗੇ ਸੰਬੰਧਾਂ ਦੀ ਗੱਲ ਕਰੂਗਾ, ਉਹ ਬੰਦਾ ਪੰਜਾਬ ਦਾ ਹੀਰੋ ਹੋਊਗਾ, ਜਿੱਥੇ ਨਵਜੋਤ ਸਿੰਘ ਨੇ ਵੀ ਇਹ ਜਿਹੜਾ ਸੀਗਾ ਉਹਨੂੰ ਫੇਵਰ ਮਿਲਿਆ।
ਅਮਰਿੰਦਰ ਸਿੰਘ ਦਾ ਜਿਹੜਾ ਡਿਊਲ ਕਰੈਕਟਰ ਸੀਗਾ ਕਿ ਇਹ ਡਰੋਨ ਆ ਜਾਣਗੇ, ਹੁਣ ਡਰੋਨ ਕਿੱਥੇ ਚਲੇ ਗਏ? ਜਦੋਂ ਤਾਂ ਅਮਰਿੰਦਰ ਸਿੰਘ ਕਿਹਾ ਡਰੋਨ ਵੀ ਘਟ ਗਏ, ਉਹਦੇ ਵਿੱਚੋਂ ਸਮਗਲਿੰਗ ਚਲੀ ਜਾਂਦੀ ਆ। ਇਹ ਜਿਹੜਾ ਇਸ ਕਿਸਮ ਦਾ ਅਲਟਰਾ ਨਕਲੀ ਨੈਸ਼ਨਲਿਜ਼ਮ ਸੀਗਾ, ਇਹ ਅਲਟਰਾ ਨਹੀਂ ਸੀਗਾ, ਨਹੀਂ ਨਕਲੀ ਨੈਸ਼ਨਲਿਜ਼ਮ ਸੀਗਾ, ਕਿਉਂਕਿ ਉਹ ਇਨਸਿਕਿਉਰ ਬਹੁਤ ਹੋ ਗਿਆ ਸੀਗਾ। ਉਹ ਆਪਣੇ ਐਮਐਲਏ ਤੋਂ ਇਨਸਿਕਿਉਰ ਹੋ ਗਿਆ ਸੀ, ਮੰਤਰੀਆਂ ਤੋਂ ਹੋ ਗਿਆ ਸੀ, ਉਹਨੂੰ ਵਿਸ਼ਵਾਸ ਨਹੀਂ ਸੀ ਰਿਹਾ, ਉਹਨੇ ਝੂਠੀ ਸਹੁੰ ਖਾਧੀ ਸੀਗੀ, ਔਰ ਫਿਰ ਉਹ ਸਹੁੰ ਤੋਂ ਮੁੱਕਰ ਕੇ ਫਿਰ ਕਹਿੰਦਾ ਅਗਲੀ ਵਾਰ ਫਿਰ ਮੈਨੂੰ ਵੋਟਾਂ ਦਿਓ। ਉਹ ਲਾਲਚੀ ਹੋ ਗਿਆ ਜੀ, ਉਹਨੇ ਲਾਲਚ ਵੀ ਆ ਗਿਆ, ਉਹ ਅਸਹਾਏ ਵੀ ਹੋ ਗਿਆ, ਇਸ ਕਰਕੇ ਉਹ ਬੀਜੇਪੀ ਦੇ ਅਮਿਤ ਸ਼ਾਹ ਦੀ ਬੁੱਕਲ 'ਚ ਵੜ ਗਿਆ। ਮੈਂ ਤੇ ਹੁਣ ਕਹਿੰਦਾ ਵੀ ਜਿੰਨਾ ਅਮਰਿੰਦਰ ਸਿੰਘ ਇਸ ਵੇਲੇ ਨੱਠੇ ਭੱਜੇ ਫਿਰਦੇ ਆ, ਜੇ ਇੰਨਾ ਐਕਟਿਵ ਰਹਿੰਦੇ ਤਾਂ ਕਾਂਗਰਸ ਨੇ ਤਾਂ ਲਾਉਣਾ ਹੀ ਨਹੀਂ ਸੀ ਇਹਨਾਂ ਨੂੰ। ਨਹੀਂ ਬਿਲਕੁਲ। ਦੂਸਰੀ ਗੱਲ ਇਹ ਹੈਗੀ ਆ ਕਿ ਤੁਹਾਡੀ ਪਰਫਾਰਮੈਂਸ ਮੈਟਰ ਕਰਦੀ। ਰੰਧਾਵਾ ਸਾਹਿਬ, ਹਰ ਵਿਅਕਤੀ ਪੋਲੀਟੀਸ਼ੀਅਨ ਦੇ ਉੱਤੇ ਜਿਹੜਾ ਧਿਆਨ ਰੱਖਦਾ, ਇਹ ਹੁਣ ਭੁੱਲ ਜਾਣ ਵੀ ਅਸੀਂ ਉਪਦੇਸ਼ ਕੁਛ ਦਿੰਨੇ ਆ ਤੇ ਕਰਦੇ ਅਸੀਂ ਕੁਛ ਵਾ। ਨਿੱਕਾ ਜਿਹਾ ਪੰਜਾਬ ਵਾ, ਪੋਤੜਿਆਂ ਤੋਂ ਲੋਕੀ ਵੱਖ, ਹਰ ਬੰਦਾ ਦੇਸ਼ ਹਰ ਵੱਖ ਵਾ। ਇਹਦੇ ਨਾਲ ਖਾਸ ਕਰਕੇ ਸਭ ਤੋਂ ਵੱਡੀ ਗੱਲ ਹੋਈ ਜਿਹੜੀ ਕਿ ਕਿਸਾਨ, ਮੈਂ ਬਾਰ-ਬਾਰ ਕਹਿਣਾ, ਉੱਥੇ ਵੀ ਕਹਿੰਦਾ ਸੀਗਾ, ਕਿਸਾਨ ਸੰਘਰਸ਼ ਨੇ ਲੋਕਾਂ ਦੇ ਵਿੱਚ ਜਾਨ ਪਾਈ ਆ, ਚੇਤਨਾ ਵੀ ਸਮਾਜ ਮੋਰਚੇ ਨੇ ਕੁਝ ਆਉਂਦਾ ਕਿ ਨਹੀਂ ਆਉਂਦਾ, ਪਰ ਇਹਦੇ ਨਾਲ ਉਹਨਾਂ ਦੀ ਸੈਂਸ ਆਫ ਇੰਪਾਵਰਮੈਂਟ ਆਈ। ਉਹਨੂੰ ਲੱਗਦਾ ਵੀ ਨਹੀਂ ਅਸੀਂ ਜਿੰਨਾ ਮਰਜ਼ੀ ਪੰਗਾ ਲੈ ਸਕਦੇ, ਮਤਲਬ ਰੀਜ਼ਨੇਬਲ ਪੰਗਾ। ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਵੰਡ ਦਿੱਤਾ, ਹਰ ਬੰਦਾ ਝੰਡਾ ਲੈ ਕੇ ਖਲੋ ਗਿਆ ਉੱਥੇ, ਭਾਵੇਂ ਉਹ 2 ਕਿੱਲਿਆਂ ਵਾਲਾ ਹੈ, ਭਾਵੇਂ ਨਹੀਂ ਕਿੱਲਿਆਂ ਵਾਲਾ ਹੈਗਾ, ਭਾਵੇਂ 5 ਵਾਲਾ, ਭਾਵੇਂ 7 ਕਿੱਲਿਆਂ ਵਾਲਾ ਸੀਗਾ। ਤੋ ਇਹ ਸਾਰਾ ਜਿਹੜਾ ਪ੍ਰੋਸੈਸ ਆ, ਜੇ ਇਹਦੇ ਵਿੱਚੋਂ ਕੋਈ ਨਵੀਂ ਤਬਦੀਲੀ ਆਉਂਦੀ ਆ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਆ। ਮੈਨੂੰ ਇਹ ਲੱਗਦਾ ਕਿ ਇਹ ਨਵੀਂ ਸ਼ੁਰੂਆਤ ਹੋਊਗੀ। ਮੈਨੂੰ ਇਹ ਲੱਗਦਾ ਵੀ ਜਿਹੜੇ ਘਾਗ ਆ, ਜਿਹੜੇ ਟੇਕਨ ਫਾਰ ਗ੍ਰਾਂਟਡ ਸੀਗਾ, ਆਪਣੇ ਮੁੰਡਿਆਂ ਨੂੰ ਗਾਂ ਇਲੈਕਸ਼ਨ ਲੜਾਉਣ ਡਏ ਆ, ਗਾਂ ਪੋਤਿਆਂ ਨੂੰ ਤਿਆਰ ਕਰਨ ਡਏ ਆ, ਜਾਂ ਹੋਰਨਾਂ ਲੋਕਾਂ ਨੂੰ ਤਿਆਰ ਕਰਨ ਡਏ ਆ, ਜਾਂ ਸਕੇ ਸੰਬੰਧੀਆਂ ਨੂੰ ਤਿਆਰ ਕਰਨ ਡਏ ਆ, ਉਹਨਾਂ ਲਈ ਇੱਕ ਬਹੁਤ ਵੱਡਾ ਜਿਹੜਾ ਇਹ ਚੈਲੰਜ ਆ। ਮੈਂ ਬਾਰ-ਬਾਰ ਕਹਿੰਦਾ, ਉਹਨਾਂ ਨੂੰ ਸ਼ੀਸ਼ਾ ਵਿਖਾਤਾ, ਮੈਂ ਬਾਰ-ਬਾਰ ਕਹਿੰਦਾ ਕਿ ਜੇ ਪਿਓ ਤੋਂ ਪੁੱਤ ਤੱਕ ਜਾਣੀ ਆ, ਪਿਓ ਤੋਂ ਪੋਤੇ ਤੱਕ ਜਾਣੀ ਆ ਰਾਜਨੀਤੀ, ਤੇ ਫਿਰ ਇਹ ਰਾਜਨੀਤੀ ਨਹੀਂ ਆ, ਫਿਰ ਇਹ ਵਸਟ ਕਾਈਂਡ ਆਫ ਅਰਿਸਟੋਕ੍ਰੇਸੀ ਆ ਜੀ। ਇਹ ਵਸਟ ਕਾਈਂਡ ਲੋਕ, ਮੈਂ ਉਹ ਤਾਂ ਨਹੀਂ ਕਹੂੰਗਾ ਉਹ ਹੈਗੀ ਆ। ਇਹ ਡਾਕਟਰਾਂ ਦੀ ਐਗਜ਼ਾਮਪਲ ਦਿੰਦੇ ਆ, ਡਾਕਟਰਾਂ ਦੇ ਮੁੰਡੇ ਪੜ੍ਹਦੇ ਹੈ, ਇਹ ਹੋਰਨਾਂ ਲੋਕਾਂ ਦੀ ਗੱਲ ਕਰਦੇ, ਉਹ ਪ੍ਰੋਪਰ ਕੁਆਲੀਫਿਕੇਸ਼ਨ ਲੈ ਕੇ ਆਉਂਦੇ ਆ, ਇੱਥੇ 10 ਬੜੇ ਨੂੰ ਵਿੱਚ ਵਾੜ ਦਿੰਦੇ ਆ, ਜਾਂ ਜਿਹੜਾ ਹੋਰ ਕਿਸਮ ਦਾ ਹੁੰਦਾ ਉਹਨੂੰ ਵਿੱਚ ਵਾੜ ਦਿੰਦੇ ਆ। ਤਾਂ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਇਸ ਵਾਰੀ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੂੰ ਜਿਹੜਾ ਹੈਗਾ ਉਹ ਸ਼ੀਸ਼ਾ ਵਿਖਾਉਣਗੇ। ਇੱਕ ਗੱਲ ਜਿਹੜੀ ਤੁਸੀਂ ਕੀਤੀ ਸੀਗੀ, ਇੱਕ ਗੱਲ ਲੋਕਾਂ ਦੇ ਜ਼ਿਹਨ 'ਚ ਅਜੇ ਵੀ ਪਈ ਆ। ਮੇਰੀ ਇਹਨਾਂ ਦੇ ਅਕਾਲੀ ਦਲ ਵਾਲੇ ਬਹੁਤ ਸਿਆਣੇ ਬੰਦਿਆਂ ਨਾਲ ਵੀ ਗੱਲ ਹੋਈ, ਮੈਨੂੰ ਵੀ ਮੈਸੇਜ ਹੈਗੇ, ਹੋਰਨਾਂ ਬੰਦਿਆਂ ਨਾਲ ਵੀ ਹੋਈ। ਮੈਂ ਇਹਨਾਂ ਨੂੰ ਇਹ ਕਿਹਾ, ਮੈਂ ਕਿਹਾ ਸਾਰੀ ਗੱਲ ਆ, ਮੈਂ ਲੋਕਾਂ ਨੂੰ ਜਦੋਂ ਪੁੱਛਦੇ ਆ, ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ, ਜੇ ਤੁਸੀਂ ਕਾਂਗਰਸ ਦੇ ਨਾਲ ਤੇ ਅਕਾਲੀਆਂ ਦੇ ਨਾਲ ਕੰਪੇਅਰ ਕਰਦੇ ਹੋ, ਜੋ ਵੀ ਪੰਜਾਬ ਦੀਆਂ ਮੁਸ਼ਕਲਾਂ ਹੈ, ਜੋ ਵੀ ਪੰਜਾਬ ਦੇ ਮਸਲੇ ਆ, ਅਜੇ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਬਖਸ਼ਣ ਦੇ ਮੂਡ ਦੇ ਵਿੱਚ ਨਹੀਂ ਹੈਗੇ। ਕਿਉਂ? ਪਰ ਅੱਜ ਦੀ ਤਰੀਕ ਦੇ ਵਿੱਚ ਇਹਦਾ ਤਾਂ ਜਵਾਬ ਖੈਰ ਉਹਨਾਂ ਨੂੰ ਲੱਭਣਾ ਚਾਹੀਦਾ, ਕਿਉਂਕਿ ਪਾਰਟੀ ਨੂੰ ਲੱਭਣਾ ਚਾਹੀਦਾ। ਮੈਂ ਸਿੰਪਲ ਇਹ ਕਹਿ ਸਕਦਾ, ਅਜੇ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਪਿਆ ਵਾ ਕਿ ਜਿਹੜਾ ਡਿਕਲਾਈਨ ਹੋਇਆ, ਜਾਂ ਉਸ ਸਮੇਂ ਦੇ ਵਿੱਚ ਜਿਹੜੀ ਉਹ ਹਲਕਾ ਬੰਦੀ ਸੀ, ਧੜੇ ਬੰਦੀ ਸੀ, ਜਾਂ ਜੋ ਕਹਿ ਦਈਏ ਵੀ ਇਹ ਬਦਨਾਮੀ ਜ਼ਿਆਦਾ ਹੋ ਗਈ ਇਸ ਕਿਸਮ ਦੀ, ਵੀ ਇਹ ਸਾਰਾ ਕੁਝ ਆਪ ਹੀ ਅਪਰੋਪਰੀਏਟ ਕਰਨਾ ਚਾਹੁੰਦੀ, ਠੀਕ ਹੈ ਨਾ, ਅੰਪਾਇਰ ਬਣਾਏ। ਰਾਜਨੀਤੀ ਤੋਂ ਤੁਸੀਂ ਬਿਜ਼ਨਸ ਵਾਲੇ ਪਾਸੇ ਵੱਲ ਜਾਓਗੇ ਤੇ ਹੁਣ ਉਹ ਸਮਾਂ ਨਹੀਂ ਰਹਿ ਗਿਆ। ਬਿਲਕੁਲ, ਖਾਸ ਕਰਕੇ ਰਾਜਨੀਤੀ ਕਰਨੀ ਆ ਤਾਂ ਰਾਜਨੀਤੀ ਕਰੋ। ਰਾਜਨੀਤੀ ਹੈਗੀ ਆ ਲੋਕਾਂ ਦੇ ਵਿੱਚ ਰਹਿਣਾ, ਰਾਜਨੀਤੀ ਹੈਗੀ ਆ ਲੋਕਾਂ ਦੇ ਫਿਊਚਰ ਬਾਰੇ ਸੋਚਣਾ, ਰਾਜਨੀਤੀ ਹੈਗੀ ਆ ਭਲਾ ਕਰਨਾ। ਪਰ ਤੁਸੀਂ ਕੋਸ਼ਿਸ਼ ਇਹਨਾਂ ਨੇ ਕੀਤੀ ਵੀ ਆਪਣੇ ਬਿਜ਼ਨਸ ਬਣਾਏ, ਇਹਦੀ ਵੀ ਅਕਾਲੀਆਂ ਨੇ ਬਣਾਏ, ਸਭ ਨੇ ਬਣਾਉਂਦੇ ਆ। ਬਿਲਕੁਲ, ਆ ਨਸ਼ੇ ਦੇ ਵੱਡੇ ਵੱਡੇ ਜਿਹੜੇ ਜਿੰਨੇ ਸੌਦਾਗਰ ਹੈਗੇ, ਚਾਹੇ ਸ਼ਰਾਬ ਵੇਚਦੇ ਆ, ਚਾਹੇ ਹੋਰ ਕੁਝ ਵੇਚਦੇ ਆ, ਦੋਵਾਂ ਪਾਸਿਆਂ ਵਾਲਾ ਹੈਗੇ ਆ। ਮੈਨੂੰ ਇਹ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ 75 ਸਾਲਾਂ ਬਾਅਦ ਇੱਕ ਨਵੀਂ ਸ਼ੁਰੂਆਤ ਜਿਹੜੀ ਆ ਉਹ ਰਿਪਬਲਿਕ ਦੀ ਵੀ ਹੋਊਗੀ। ਤੇ ਪੰਜਾਬ ਕਿਉਂਕਿ ਹਰ ਚੀਜ਼ 'ਚ ਮੋਹਰੀ ਹੁੰਦਾ ਵਾ, ਲੀਡ ਲੈਂਦਾ ਵਾ, ਤੇ ਜੇ ਸਾਡੇ ਇੱਥੇ ਕੋਈ ਤਬਦੀਲੀ ਆਉਂਦੀ ਆ ਜਿਹੜੀ ਕਿ ਲੱਗਦੀ ਆ, ਤੇ ਮੈਨੂੰ ਲੱਗਦਾ ਵੀ ਸਾਰੇ ਦੇਸ਼ ਵਾਸਤੇ ਇੱਕ ਨਵੀਂ ਮਿਸਾਲ ਹੋਊਗੀ, ਔਰ ਇਹ ਨਵੀਂ ਇੱਕ ਜਿਹੜੀ ਸ਼ੁਰੂਆਤ ਹੋਊਗੀ। ਤੁਸੀਂ ਠੀਕ ਕਹਿ ਰਹੇ ਹੋ ਵੀ ਬਿਜ਼ਨਸ ਜਦੋਂ ਤੱਕ ਟਰਾਂਸਪੋਰਟ ਦਾ ਕਰਦੇ ਸੀ ਲੋਕਾਂ ਬਰਦਾਸ਼ਤ ਕਰ ਲਏ, ਲੇਕਿਨ ਜਦੋਂ ਇਹ ਮਾਈਨਿੰਗ ਦਾ ਤੇ ਮਾਫੀਆਸ ਦਾ ਹੋ ਗਿਆ, ਜਦੋਂ ਇਹ ਜਿਹੜਾ ਕਬਜ਼ਿਆਂ ਦਾ ਹੋ ਗਿਆ, ਉਦੋਂ ਲੋਕਾਂ ਨੂੰ ਅੱਖਣ ਲੱਗ ਗਿਆ। ਜਦੋਂ ਰਾਤੋਂ ਰਾਤ ਮਹਿਲ ਉਸਰਨ ਲੱਗ ਗਏ, ਸਿਆਸਤ ਦੇ ਵਿੱਚੋਂ ਬਹੁਤ ਸਰਮਾਇਆ ਤੁਰਨ ਲੱਗ ਪਿਆ, ਤੇ ਉਦੋਂ ਲੋਕਾਂ ਨੇ ਰਿਜੈਕਸ਼ਨ ਵੱਲ। ਅੱਛਾ, ਹੁਣ ਮੇਰੇ ਕੋਲ ਜਿਹੜਾ ਸਵਾਲ ਆ ਉਹ ਤੁਹਾਡੇ ਲਈ ਜ਼ਿਆਦਾ ਹੈ। ਮੈਨੂੰ ਇਹ ਦੱਸੋ, ਆਮ ਲੋਕਾਂ ਨੂੰ 5 ਸਾਲ ਮਿਲਦੇ ਆ ਚੁਣ ਕੇ, ਉਹਦੇ ਵਿੱਚ ਪਹਿਲੇ 100 ਦਿਨ ਦੀ ਕਾਰਗੁਜ਼ਾਰੀ, ਸਾਲ ਦੀ, 2 ਸਾਲ ਦੀ, ਉਹ ਫਿਰ ਰਿਪੋਰਟ ਕਾਰਡ ਵੀ ਆਉਂਦੇ ਆ। ਮੈਨੂੰ ਲੱਗਦਾ ਕਿ ਜਿੰਨੀ ਵੱਡੀ ਖਾਹਿਸ਼ ਨਾਲ ਲੋਕ ਆਮ ਆਦਮੀ ਪਾਰਟੀ ਵੱਲ ਵੇਖ ਰਹੇ ਆ, ਜਾਂ ਜਿੱਦਾਂ ਉਹਨਾਂ ਉਹਨੂੰ ਓਨ ਕਰ ਲਿਆ, ਚੁਣ ਲਿਆ, ਇਹਨਾਂ ਨੂੰ ਸ਼ਾਇਦ 6 ਮਹੀਨੇ ਮਿਲਣਗੇ। ਇਹਨਾਂ ਨੂੰ ਬਹੁਤ ਕੁਝ ਕਾਲੀ ਜੇ ਆ ਜਾਂਦੇ ਆ। ਮੈਂ ਫਿਰ ਇੱਕ ਵਾਰੀ ਦੁਬਾਰਾ ਦਾਅਵਾ ਕਰਦੇ ਆ
ਕਿ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਅਸੀਂ ਫਾਈਨਲ ਨਹੀਂ ਮੰਨਦੇ, 10 ਤਰੀਕ ਨੂੰ ਆਉਣੇ ਆ। ਜੇ ਆਮ ਆਦਮੀ ਪਾਰਟੀ ਸੱਤਾ 'ਚ ਆ ਜਾਂਦੀ, ਜੇ ਮੈਂ ਇਨਵਰਟਡ ਕੌਮਾ 'ਚ ਕਹਿਣਾ, ਤੇ ਉਹਨਾਂ ਨੂੰ 2-4-6 ਮਹੀਨੇ ਦੇ ਵਿੱਚ ਹੀ ਲੋਕ ਫਤਵੇ ਦੇਣੇ ਸ਼ੁਰੂ ਕਰ ਦੇਣਗੇ। ਐਸੇ ਵਿੱਚ ਪੰਜਾਬ ਦੀ ਲੀਡਰਸ਼ਿਪ ਭਗਵੰਤ ਮਾਨ ਲਈ ਵੀ ਇੱਕ ਬਹੁਤ ਲਿਟਮਸ ਟੈਸਟ ਹੋਊਗਾ, ਔਰ ਦਿੱਲੀ ਦੀ ਲੀਡਰਸ਼ਿਪ ਇਸ ਸਾਰੇ ਮਾਮਲੇ ਨੂੰ ਮਾਈਨਿਊਟਲੀ ਦੇਖੂਗੀ। ਉਹਨਾਂ ਕੋਲ ਬਹਾਨੇ ਵੀ ਹੋਣਗੇ ਵੀ ਇਹਨੂੰ ਚੇਂਜ ਵੀ ਕੀਤਾ ਜਾ ਸਕਦਾ ਹੈ। ਬਹੁਤ ਪ੍ਰੈਸ਼ਰ ਹੋਣਗੇ, ਆਉਂਦਿਆਂ ਮਾਫੀਆਜ਼ ਨੂੰ ਨੱਥ ਪਾਉਣੀ ਅਨਸਰ ਦੀ ਲੋੜ ਹੋਊਗੀ, ਬਹੁਤ ਸਖਤ ਫੈਸਲੇ ਲੈਣੇ ਪੈਣਗੇ, ਬਹੁਤ ਵੱਡੇ ਵੱਡੇ ਲੋਕਾਂ ਨੂੰ ਵੀ ਸੇਕ ਲੱਗ ਸਕਦੇ ਆ। ਮੈਂ, ਤੁਸੀਂ ਸਹਿਮਤ ਹੋ ਇਸ ਗੱਲ ਨਾਲ? ਨਹੀਂ, ਮੈਂ ਇਹ ਕਹਿਣਾ ਕਿ ਪੰਜਾਬ ਦੇ ਲੋਕ ਦਾਤੇ ਆ, ਉਹ ਮੰਗਤੇ ਨਹੀਂ ਆ। ਦਾਤੇ ਮੈਂ ਕਹਿਣਾ ਕਿ ਇਹ ਸਭ ਕੁਝ ਵਾਰਨ ਵਾਸਤੇ ਤਿਆਰ ਹੋ ਜਾਂਦੇ ਆ। ਪੰਜਾਬ ਦੇ ਲੋਕਾਂ ਨੂੰ ਇੱਕ ਸਿੰਸੀਅਰ ਓਨੈਸਟ ਇੱਕ ਇਹਨਾਂ ਵੱਲੋਂ ਅਟੈਂਪਟ ਦੀ ਲੋੜ ਹੈਗੀ ਆ। ਮੈਂ ਇਹਨਾਂ ਦੇ ਵੀ ਕੁਝ ਬੰਦੇ ਨੂੰ ਗੱਲ ਕੀਤੀ ਸੀ, ਮੈਂ ਕਿਹਾ ਸਿਸਟਮ ਦੇ ਕੋਲ, ਸਿਸਟਮ ਕੋਲ ਲੈਸਟੀਮੇਟ ਯੂਜ਼ ਆਫ ਫਿਜ਼ੀਕਲ ਫੋਰਸ ਆ, ਗੁੰਡੇ ਬਦਮਾਸ਼ ਕਾਬੂ ਕਰਨੇ। ਜੇ ਤੁਹਾਡੀ ਨੀਤ ਸਾਹਿਬ ਹੈਗੀ ਆ, ਤੁਸੀਂ ਉਹਦੇ ਹਿੱਸੇਦਾਰ ਨਹੀਂ ਆ ਤਾਂ ਬਹੁਤ ਵੱਡੀ ਗੱਲ ਨਹੀਂ ਆ। ਹਰ ਬੰਦਾ ਇਮਾਨਦਾਰ ਹੋਣਾ ਚਾਹੁੰਦਾ। ਗੁੰਡਾ ਵੀ ਜਿਹੜਾ ਬਦਮਾਸ਼ ਆ ਨਾ, ਸਮਗਲਰ, ਉਹ ਵੀ ਕਹਿੰਦਾ ਜਿਹੜਾ ਮੇਰਾ ਗਾਂ ਹੈਲਪ ਕਰਨ ਵਾਲਾ ਉਹ ਇਮਾਨਦਾਰ ਹੋਵੇ। ਤੁਹਾਡੇ ਕੋਲ ਸਟੇਟ ਹੈ, ਤੁਹਾਡੇ ਕੋਲ ਸਟਰਕਚਰ ਹੈ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੀ ਪਿੱਠ ਦੇ ਉੱਤੇ ਜੇ ਆ ਜਾਂਦੇ ਤੇ ਲੋਕ ਖੜੇ ਆ ਸਾਰੇ। ਬਿਲਕੁਲ, ਬਹੁਤ ਵੱਡੀ ਗੱਲ ਹੈ। ਇਹ ਜਿਹੜਾ ਵੀ ਕੰਮ ਕਰਨਗੇ, ਜਿਹੜਾ ਇਹ ਲੋਕਾਂ ਨੂੰ ਜਿਹੜਾ ਇਰਕ ਕਰਦਾ ਦੂਸਰੀਆਂ ਪਾਰਟੀਆਂ ਬਾਰੇ, ਲੋਕਾਂ ਉਹਨਾਂ ਦੀ ਸਪੋਰਟ ਤੇ ਖੜਨਗੇ। ਕੋਈ ਵੀ ਇਹਨਾਂ ਨਾਲ ਕਨਫਰੰਟ ਨਹੀਂ ਕਰੂਗਾ। ਇਹ ਮਹੀਨਾ, 2 ਮਹੀਨੇ, 3 ਮਹੀਨੇ, 6 ਮਹੀਨੇ ਦੇ ਦੇਣਗੇ ਉਹਨਾਂ ਨੂੰ। ਨੰਬਰ 1। ਦੂਸਰਾ ਹੈਗਾ ਕਿ ਓਨੈਸਟੀ ਦੀ ਲੋੜ ਹੈਗੀ ਆ। ਸਭ ਤੋਂ ਪਹਿਲਾਂ ਆਣ ਕੇ ਸਿੱਧੇ ਤੌਰ ਤੇ ਆਪਣਾ, ਜਿੱਦਾਂ ਨਾ ਝੱਗਾ ਚੁੱਕਣ ਵਾਲੀ ਗੱਲ ਹੈ, ਇੱਕ ਵਾਈਟ ਪੇਪਰ ਵੀ ਸਾਡੇ ਕੋਲ ਆ ਹੈਗਾ ਜੇ ਪੰਜਾਬ 'ਚ, ਸਾਰਿਆਂ ਨੂੰ ਕਹਿ ਦੇਣ ਵੀ ਭਾਈ ਆ ਜੇ ਸੋਰਸਸ, ਆ ਸਾਡੇ ਕੋਲ ਹੈਗਾ ਜੇ, ਤੁਸੀਂ ਦੱਸੋ ਇਹਨੂੰ ਕਿੱਦਾਂ ਕਰਨਾ। ਮੇਕ ਪੀਪਲ ਸਟੇਕ ਹੋਲਡਰ। ਇਹਨਾਂ ਲਈ ਸਭ ਤੋਂ ਵੱਡਾ ਚੈਲੰਜ ਇਹ ਹੈਗਾ ਕਿ ਜਿਹੜੇ ਲੋਕਾਂ ਨੇ ਆਪ ਅੱਗੇ ਆਣ ਕੇ, ਜੇ ਇਹ ਅੱਗੇ ਆਉਂਦੇ ਆ ਤੇ ਲਿਆਂਦਾ ਹੈ, ਇਹਨਾਂ ਨੂੰ ਸਾਹਮਣੇ ਰੱਖ ਕੇ ਵੀ ਆਹ ਸਾਡੇ ਕੋਲ ਹੈਗਾ ਜੇ, ਆਹ ਸਾਡੇ ਸਾਧਨ ਵਾ, ਆਹ ਸਾਡੇ ਚੈਲੰਜਸ ਆ, ਆਹ ਸਾਡੇ ਅਸੀਂ ਫੋਕਸ ਕਰਨਾ ਚਾਹੁੰਦੇ ਆ। ਹਰ ਕੋਈ ਚਾਹੂਗਾ ਐਜੂਕੇਸ਼ਨ ਤੇ ਫੋਕਸ ਕਰ ਦੋ, ਹਰ ਕੋਈ ਚਾਹੂਗਾ ਹੈਲਥ ਤੇ ਫੋਕਸ ਕਰ ਦੋ, ਹਰ ਕੋਈ ਕਹੂਗਾ ਲਾ ਐਂਡ ਆਰਡਰ ਤੇ ਫੋਕਸ ਕਰ ਦੋ, ਹਰ ਕੋਈ ਚਾਹੂਗਾ ਕਿ ਗਵਰਨੈਂਸ ਆ ਜੇ। ਇਹ ਆਮ ਨਾਰਮਲ ਪ੍ਰੋਸੈਸ ਹੈ। ਗਵਰਨੈਂਸ ਕੋਈ ਸਾਡੇ ਤੇ ਆਸਾਨ ਨਹੀਂ ਹੈ, ਲਾ ਐਂਡ ਆਰਡਰ ਸਾਡੇ ਤੋਂ ਆਸਾਨ ਨਹੀਂ। ਇੰਨੀ ਪੁਲਿਸ ਰੱਖੀ ਤੁਸੀਂ, ਜਿਹੜੇ ਢੰਗ ਦੇ ਸਿਪਾਹੀ ਆ ਜਾਂ ਜਿਹੜਾ ਪੁਲਿਸ ਹੈਗਾ, ਉਹ ਸਾਰੇ ਤੁਸੀਂ ਆਪਣੇ ਨਾਲ ਲਾਏ ਆ। ਜਿਹੜੇ ਬਚੇ ਖੋਜੇ ਆ ਤੁਸੀਂ ਥਾਣਿਆਂ ਦੇ ਵਿੱਚ ਰੱਖੇ, ਉਹਦੇ ਵਿੱਚੋਂ ਕਰਕੇ ਨੈਟਵਰਕਿੰਗ ਖਤਮ। ਕਲੀਅਰ ਕੱਟ ਪਾਲਿਸੀ ਬਣਾਉਣੀ ਚਾਹੀਦੀ ਆ। ਸਿਵਲ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਚਲੋ ਜੇ ਇਹਨਾਂ ਦੀ ਗੱਲ ਹੋ, ਮੈਨੂੰ ਤੇ ਲੱਗਦਾ ਵੀ ਜੇ ਤਹਿਸੀਲਦਾਰ ਲੱਗਾ, SDM ਲੱਗਾ, ਦੂਸਰੇ ਹੋਰ ਅਧਿਕਾਰੀ ਆ, ਜਿਹੜੇ ਉਹਨਾਂ ਦਾ ਸਟੇਸ਼ਨ ਹੈਡਕੁਆਟਰ ਆ, ਉਹ ਸਟੇਸ਼ਨ ਹੈਡਕੁਆਟਰ ਤੇ 24 ਘੰਟੇ ਰਹਿਣ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ 2 ਦਿਨਾਂ 'ਚ ਹੱਲ ਹੋ ਸਕਦੀਆਂ। ਮੁਸ਼ਕਲ ਹੀ ਕੋਈ ਨਹੀਂ। ਇਹ ਉਹਨੂੰ ਜਿਹੜਾ ਸਟੇਸ਼ਨ ਹੈਡਕੁਆਟਰ ਨੂੰ ਸਿਰਫ ਆਪਣੀ ਆਰਾਮਗਾਹ ਦੇ ਤੌਰ ਤੇ ਉਹ ਪੋਸੀਬਲ ਹੈਗਾ। ਜੇ ਚੀਫ ਮਿਨਿਸਟਰ ਸਾਹਿਬ ਜਾਂ ਉਹਦੇ ਹੋਰ ਬੰਦੇ ਰਾਤ ਨੂੰ ਉੱਥੇ ਟੈਲੀਫੋਨ ਤੇ ਚੈੱਕ ਕਰ ਸਕਦੇ ਵੀ ਭਾਈ ਤੂੰ ਉੱਥੇ ਹੈਗਾ। ਵੈਸੇ ਸਰ ਇੱਕ ਇਹ ਤੋਂ ਵੀ ਵੱਡੀ ਗੱਲ ਮੈਂ ਇੱਕ ਹੋਰ ਦੱਸਦਾ, ਬੜਾ ਸਿੱਧਾ ਹੋਵੇ ਵੀ ਜਿਹਨੇ ਫੀਲਡ 'ਚ ਨਹੀਂ ਕੰਮ ਕਰਨਾ, ਚੰਡੀਗੜ੍ਹ 'ਚ ਕੰਮ ਕਰੋ। ਟੀ ਕਰਦੇ ਸਾਰੇ ਕੰਮ ਕਰਦੇ, ਸਾਰੇ ਕਰਨਗੇ। 2 ਚੀਜ਼ਾਂ ਦੇ ਧਿਆਨ ਦੇਣ, ਜਿੱਥੇ ਕਰਪਸ਼ਨ ਹੈ। ਇੱਕ ਤਾਂ ਤਹਿਸੀਲ ਦੇ ਵਿੱਚ ਬਹੁਤ ਕਰਪਸ਼ਨ, ਰਜਿਸਟਰੀਆਂ ਦੇ ਵਿੱਚ, ਪਟਵਾਰੀ ਤੋਂ ਲੈ ਕੇ ਉੱਥੇ ਤੱਕ। ਮੈਂ ਬਾਰ-ਬਾਰ ਐਡਵੋਕੇਟ ਕਰਦਾ ਕਿ ਜੇ ਪਾਸਪੋਰਟ ਆਊਟਸੋਰਸ ਕੀਤੇ ਜਾ ਸਕਦੇ ਆ, ਇਹ ਵੀ ਕਰ ਦਿਓ ਤੇ ਇਹਨਾਂ ਨੂੰ ਆਊਟਸੋਰਸ ਕਰੋ। ਉੱਥੇ ਬੰਦੇ ਨੂੰ ਇਹ ਬਿਠਾ ਲਓ ਤੂੰ ਸਾਈਨ ਕਰਨੇ ਆ। ਉਹ ਜਿਹੜਾ ਬੈਠਾ ਰਜਿਸਟਰੀ ਕਰਨ ਵਾਲਾ, ਮੂੰਹ ਵੀ ਪਰਾਂ ਨੂੰ ਕੀਤਾ, ਉਹ ਤੁਹਾਡੇ ਕੋਲ ਪੈਸੇ ਵੀ ਲੈਂਦਾ। ਜਿਹੜੇ ਇੰਨੇ ਪੈਸੇ ਸਰਕਾਰ ਦੇ ਖਾਤੇ 'ਚ ਦਿੰਦੇ ਆ, ਉਹਨੂੰ ਅੱਖਾਂ ਕੱਢ ਕੇ ਵਿਖਾਲਦੇ ਆ। ਦੂਸਰਾ ਹੈਗਾ ਪੁਲਿਸ ਸਟੇਸ਼ਨ। ਆਨਲਾਈਨ ਜਿਹੜੀ ਹੈਗੀ FIR ਕਰੋ, ਉਹਦਾ ਲਓ। ਦੂਸਰਾ ਜਿਹੜਾ ਹੈਗਾ ਆਧਾਰ ਕਾਰਡ ਲਓ। ਜੇ FIR ਗਲਤ ਬੰਦਾ ਕਰਦਾ ਤਾਂ ਉਸੇ ਵੇਲੇ ਉੱਤੇ ਉਹਦੇ ਤੇ ਕਰੋ। ਇਹ ਸਿਰਫ 5, 7, 10, 15 ਮਹੀਨੇ ਦਾ ਹੀ ਕੰਮ ਹੈਗਾ। ਮੈਂ ਸਰ ਇਹੀ ਸਵਾਲ ਲੱਗਿਆ ਸੀ ਕਰਨ ਕਿ ਪੰਜਾਬ ਨੂੰ ਇਸ ਵੇਲੇ ਸਭ ਤੋਂ ਵੱਡੀ ਲੋੜ ਆ ਪੁਲਿਸ ਰਿਫਾਰਮਸ ਦੀ। ਲੋਕਾਂ ਦੇ ਡਰ ਮਕਾਉਣ ਦੀ ਲੋੜ ਆ। ਨਸ਼ਾ ਜਿਹੜਾ ਹੈ ਉਹ ਸਭ ਤੋਂ ਵੱਡਾ ਸਵਾਲ ਪੁਲਿਸ ਦੇ ਸਾਹਮਣੇ ਹੀ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਕਿਸੇ ਨੂੰ ਕੋਈ ਭੁਲੇਖਾ ਕਿ ਕਿਹੜੇ ਪਿੰਡ ਜਾਂ ਮੁਹੱਲੇ 'ਚ ਕੌਣ ਨਸ਼ਾ ਕਰਦਾ ਹੈ। ਸਪਲਾਈ ਲਾਈਨ ਤੋੜਨ ਤੋਂ ਪਹਿਲਾਂ ਜਿਹੜਾ ਤੁਹਾਡਾ ਮੰਡੀ ਆ ਉਹਨੂੰ ਮਾਰਨਾ ਪਊਗਾ। ਸਭ ਤੋਂ ਵੱਡੇ ਸਵਾਲ ਆ ਕਿ ਤੁਸੀਂ ਇਹਦਾ ਸਿਆਸੀਕਰਨ, ਭਗਵੰਤ ਮਾਨ ਨੇ ਗੱਲ ਕਹੀ ਸੀ ਅਸੀਂ ਪੁਲਿਸ ਦਾ ਸਿਆਸੀਕਰਨ ਮੁਕਾਵਾਂਗੇ। ਕੀ ਤੁਹਾਡੇ ਆਪਣੇ MLA ਇਸ ਪੁਲਿਸ ਤੋਂ ਬਿਨਾਂ ਬਚਣਗੇ? ਕੀ ਉਹਨਾਂ ਦੀ ਧੌਂਸ ਉਹਨਾਂ ਨੂੰ ਚਾਹੀਦੀ ਹੋਊਗੀ? ਕੀ ਸਿਆਸਤ ਵਿੱਚ ਰਹਿਣ ਲਈ, ਸੱਤਾ ਵਿੱਚ ਰਹਿਣ ਲਈ ਸਾਨੂੰ ਉਹ ਸਾਰੇ ਤਾਮਝਾਮ ਚਾਹੀਦੇ ਆ? ਸਾਡੀ ਗੱਡੀ ਤੇ ਹੂਟਰ ਦੇ ਨਾਲ ਅੱਗੇ ਤੇ ਪਿੱਛੇ ਗੱਡੀ ਚਾਹੀਦੀ ਆ ਸਾਨੂੰ? ਇਹ ਫੈਸਲੇ ਲੈਣੇ ਪੈਣਗੇ ਤੁਹਾਨੂੰ। SSP ਤੋਂ ਲੈ ਕੇ IG ਤੋਂ ਲੈ ਕੇ DGP ਤੱਕ ਤੁਹਾਨੂੰ ਫ੍ਰੀ ਕਰਨੇ ਪੈਣਗੇ, ਆਜ਼ਾਦ ਦੇਣੇ ਪੈਣਗੇ। ਫਿਰ SHO MLA ਦੇ ਘਰ ਵੱਲ ਜਾਣ ਦੀ ਬਜਾਏ ਸਿਸਟਮ ਨਾਲ ਵੱਜ ਕੇ ਆਪਣੇ ਉੱਥੇ ਜਿਹੜਾ ਉਹਦਾ ਸਟੇਸ਼ਨ ਹੈ ਉਹਦੇ ਵਿੱਚ ਬੈਠਾ ਹੋਊਗਾ। ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਇਸ ਨਾ ਅਹਿਲੀਅਤ ਕਰਕੇ ਫਸੇ ਨੇ
ਜਿਹਦੇ ਤੇ ਮਰਜ਼ੀ ਪਰਚਾ ਕਰ ਦਿਓ, ਉਹਨੂੰ 6 ਮਹੀਨੇ ਸਾਲ ਲਈ ਫਸਾ ਦਿਓ। NRI ਆਉਣ ਲਈ ਤਿਆਰ ਨਹੀਂ ਗੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂਗਾ ਕਿ ਸਾਡੇ ਨਾਲ ਕਿੰਨੇ ਰੰਜਿਸ਼ ਕੱਢ ਜਾਣੀ ਆ, ਮੁੜ ਕੇ ਦਿੱਲੀ ਦੇ 에ਅਰਪੋਰਟ ਤੇ ਡੱਕ ਲੈ ਜਾਵਾਂਗੇ। ਇਹ ਨਾ ਹੋਵੇ ਕਿ ਮੁੜ ਕੇ। ਸੋ ਪੰਜਾਬ ਦੇ ਲਈ ਇਹ ਸਭ ਤੋਂ ਵੱਡਾ, ਸਭ ਤੋਂ ਪਹਿਲਾ ਸਵਾਲ ਆ ਕਿ ਤੁਸੀਂ ਯਕੀਨੀ ਬਣਾ ਦਿਓ ਕਿ ਤੁਸੀਂ ਇਸ ਸਟੇਟ 'ਚ ਸੁਰੱਖਿਅਤ ਹੋ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਹੈਗੇ, ਮੈਂ ਤਾਂ ਕਹੂੰਗਾ ਵੀ ਜੋ ਜਿੱਤ ਜਾਂਦੇ ਆ ਤੇ ਇਹ ਜਿਹੜਾ ਮਸਲਾ ਵਾ, ਇਹ ਜਿਹੜਾ ਮਹਿਕਮਾ ਉਹਨਾਂ ਨੂੰ ਦੇ ਦੇਣਾ ਚਾਹੀਦਾ ਹੈਗਾ, ਉਹਨੂੰ ਦੇਖ ਲੈਣ ਵੀ ਕਿੱਦਾਂ ਦੇਖਣਾ। ਇਸ ਜਿਹੜੇ ਤੁਸੀਂ ਇਹਨਾਂ ਦਾ ਪ੍ਰੋਫਾਈਲ ਦੇਖੋ, ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਆ, ਇਹਨਾਂ 'ਚ ਪ੍ਰੋਫੈਸ਼ਨਲ ਬੰਦੇ ਹੈਗੇ ਆ। ਇਹ ਨਹੀਂ ਵੀ ਤੁਹਾਨੂੰ 8 ਜਮਾਤਾਂ ਪੜ੍ਹਿਆ ਜਿਹੜਾ ਮੈਡੀਕਲ ਦਾ ਮਿਨਿਸਟਰ ਬਣਾਉਣਾ ਪਊਗਾ। ਇੱਥੇ MD ਵੀ ਹੈਗੇ ਆ, ਇੱਥੇ ਦੂਸਰੇ ਵੀ ਬੰਦੇ ਹੈਗੇ ਆ, ਤੋ ਇਹ ਫਰਕ ਤਾਂ ਪਊਗਾ। ਇੱਕ ਹੈਗੀ ਆ ਯੂਥ, ਪਰ ਜੇ ਬਣਾਏ ਜਾਣ ਤਾਂ ਨਹੀਂ, ਮੇਰਾ ਖਿਆਲ ਆ ਕਿ ਹੋਰ ਆਪਸ਼ਨ ਕੋਈ ਨਹੀਂ ਹੈਗੀ। ਨਹੀਂ ਹੋਣਗੇ ਲੋਕੀ ਚੁੱਕ ਕੇ ਲਾਂਭੇ ਮਾਰਨਗੇ। ਜਿਹੜਾ ਲੋਕਾਂ ਦਾ ਜਵਾਬ ਸੀਗਾ ਵੀ ਇਹਨਾਂ ਨੂੰ ਮੌਕਾ ਦੇ ਦਈਏ, ਜੇ ਨਹੀਂ ਕਰਨਗੇ ਤੇ ਨਾਲ ਖੜੇ ਆ। ਨਾਲ ਪੈਰਲਲ ਜਿਹੜਾ ਹੈਗਾ ਸਮਾਜ ਮੋਰਚਾ ਜਿਹੜਾ ਹੈਗਾ, ਕੱਲ ਨੂੰ ਕਿਸਾਨਾਂ ਨੇ ਹੁਣ ਘਰ ਤਾਂ ਬੈਠਿਆ ਨਹੀਂ ਰਹਿਣਾ। ਜੇ ਉਹ ਇੰਨਾ ਵੱਡਾ 510-12 ਜਥੇਬੰਦੀਆਂ ਦਾ ਇਕੱਠ ਬਣਿਆ, ਸਕੀਮ ਬਣਿਆ ਵਾ, ਤੇ ਉਹ ਕੋਈ ਚੈਰਿਟੀ ਕਰਨ ਵਾਸਤੇ ਤਾਂ ਹੈ ਨਹੀਂਗਾ, ਜਾਂ ਭਜਨ ਬੰਦਗੀ ਕਰਨ ਵਾਸਤੇ ਤਾਂ ਹੈ ਨਹੀਂਗਾ। ਨਹੀਂ, ਪਰ ਪ੍ਰੈਸ਼ਰ ਗਰੁੱਪ ਉਹ ਖੇਤੀ ਮਾਮਲਿਆਂ 'ਚ ਹੋਊਗਾ ਜਾਂ ਹਰ ਮਾਮਲੇ 'ਚ ਖੜੇ ਹੋ ਸਕਦੇ ਆ। ਨਾ, ਫਿਰ ਇੱਕ ਹੋਰ ਤਰੀਕਾ ਵੀ ਹੈਗਾ। ਉਹ ਵੀ ਮੈਂ ਇਹਨਾਂ ਨੂੰ ਸਲਾਹ ਕੀਤੀ ਸੀ ਕਿ ਆਪਣੀ ਇੱਕ ਪੈਰਲਲ ਜਿਹੜੀ, ਠੀਕ ਹੈ ਸਰਕਾਰਾਂ ਬਣ ਜਾਂਦੀਆਂ ਹੁੰਦੀਆਂ, ਸਾਨੂੰ ਉਹ ਵੀ ਕਰਨਾ ਪਊਗਾ। ਇੱਕ ਪੈਰਲਲ ਤੁਸੀਂ ਲੋਕਾਂ ਦੇ 117 ਬੰਦੇ ਚੁਣ ਦਿਓ, ਉਹ 'ਚ ਮੰਤਰੀ ਚੁਣ ਲਓ, ਜਿਹੜੇ ਉਹ ਡਿਸਕਸ ਕਰ, ਜਿਹੜੇ ਲੋਕਾਂ ਦੇ ਮੁੱਦੇ ਆ ਉੱਥੇ ਡਿਸਕਸ ਕਰਨ। ਬਾਹਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਾ, ਸ਼ੈਡੋ ਕੈਬਨਿਟ ਬਣ ਜਾਂਦੀ, ਸ਼ੈਡੋ ਕੈਬਨਿਟ ਬਣ ਜਾਏ। ਸ਼ੈਡੋ ਤੁਸੀਂ ਆਪਣੀ ਅਸੈਂਬਲੀ ਬਣਾ ਲਓ, ਉਹਦੇ ਵਿੱਚੋਂ ਕੋਈ ਇਹਨਾਂ ਨਾਲ ਕਨਫਰੰਟ ਨਹੀਂ ਕਰਦੇ ਆਪਾਂ। ਇਹਨਾਂ ਦਾ ਧਿਆਨ ਖਿੱਚਣ ਵਾਸਤੇ ਇੱਕ ਪੀਸਫੁਲ ਵੇ ਹੈ, ਗਾਂਧੀਅਨ ਤਰੀਕਾ ਹੈਗਾ। ਮੰਨ ਲਓ ਤੁਸੀਂ ਐਗਰੀਕਲਚਰ ਦੀ ਗੱਲ ਕਰਦੇ ਹੋ, ਐਜੂਕੇਸ਼ਨ ਦੀ ਗੱਲ ਕਰਦੇ ਹੋ, ਹੈਲਥ ਦੀ ਗੱਲ ਕਰਦੇ ਹੋ, ਤੁਹਾਡੇ ਕੋਲ ਸਪੈਸ਼ਲਿਸਟ ਹੈਗੇ, ਡਿਸਕਸ ਕਰ ਲਓ। ਜਿਹੜਾ ਬਿੱਲ ਲੈ ਕੇ ਜਾਣਾ ਵਾ ਉਹਨੂੰ ਕਹੋ, ਜੇ ਇਹ ਤੁਹਾਡੀ ਸੁਜੈਸ਼ਨ ਮੰਗਣ ਤੇ ਵੈਲ ਐਂਡ ਗੁੱਡ, ਨਹੀਂ ਤੇ ਹੈਗਾ ਤੁਸੀਂ ਪੈਰਲਲ ਆਪਣਾ ਤੁਹਾਡਾ ਬਾਹਰ ਲਾ ਲਓ ਏਜੰਡਾ ਤੇ ਹੈਗਾ ਹੀ ਉਹਦੇ ਵਿੱਚੋਂ। ਇਹ ਪ੍ਰੈਸ਼ਰ ਟੈਕਟਿਕਸ ਵਾ। ਅੱਛਾ, ਪਰ ਸਰ ਇੱਕ ਗੱਲ ਹੋਰ ਹੈ ਇਹਦੇ 'ਚ, ਇਹ ਦਿਲਚਸਪ ਪਹਿਲੂ ਆ ਕਿ ਜਦੋਂ ਇਹ ਇਮਾਨਦਾਰ ਸਰਕਾਰ ਕੋਈ ਚਲਾਊਗਾ ਇੱਥੇ, ਤਾਂ ਉਹਨੂੰ ਜਿਹੜਾ ਵਿਰੋਧ ਹੁੰਦਾ ਸਮਾਨਾਂਤਰ ਸਮਕਾਲੀ ਪੋਲੀਟੀਕਲ ਪਾਰਟੀਆਂ ਤੇ ਲੀਡਰਸ਼ਿਪ ਦਾ, ਜਦੋਂ ਕੋਈ ਇਮਾਨਦਾਰ ਬੰਦਾ ਸਰਕਾਰ ਚਲਾ ਰਿਹਾ ਹੁੰਦਾ, ਉਹਨੂੰ ਉਹ ਪ੍ਰੈਸ਼ਰ ਨਹੀਂ ਚੱਲਣਾ ਪੈਂਦਾ, ਕਿਉਂਕਿ ਸਥਾਪਿਤ ਪਾਰਟੀਆਂ ਦੇ ਵਿੱਚ ਬਹੁ ਗਿਣਤੀ ਲੀਡਰ ਕਿਸੇ ਨਾ ਕਿਸੇ ਬਿਜ਼ਨਸ 'ਚ ਸ਼ਾਮਲ ਹੈ, ਕਿਸੇ ਨਾ ਕਿਸੇ ਤਰੀਕੇ ਨਾਲ ਦਾਗੀ ਨੇ। ਉਹਨਾਂ ਲਈ ਕਿਸੇ ਸਰਕਾਰ ਦੇ ਵਿਰੋਧ 'ਚ ਉਤਰਨਾ ਔਖਾ ਹੈ। ਆਮ ਆਦਮੀ ਪਾਰਟੀ, ਜੇ ਮੈਂ ਫਿਰ ਰਿਪੀਟ ਕਰ ਰਿਹਾ, ਜੇ ਗਵਰਨਮੈਂਟ ਬਣਦੀ ਆ ਤਾਂ ਉਹਨਾਂ ਨੂੰ ਸਥਾਪਤੀ ਦਾ ਵਿਰੋਧ ਨਹੀਂ ਸਹਿਣਾ ਪੈਣਾ, ਕਿਉਂਕਿ ਕੋਈ ਵੀ ਜ਼ਰੂਰਤ ਨਹੀਂ ਕਰਦਾ ਹੁੰਦਾ ਵੀ ਇਹ ਨਾ ਹੋਏ ਸਾਡੇ ਗਲ 'ਚ ਸਾਫਾ ਪਾ ਲੈਣਾ ਆ ਕੇ। ਇਹ ਵਿਰੋਧ ਲਈ ਸਮਾਜਿਕ ਤੌਰ ਤੇ, ਜਿਵੇਂ ਤੁਸੀਂ ਕਿਹਾ, ਉਹ SKM ਹੋਵੇ ਜਾਂ ਕੋਈ ਜਿਹੜਾ ਨਾਨ ਪੋਲੀਟੀਕਲ ਪ੍ਰੈਸ਼ਰ ਗਰੁੱਪ ਹੋਵੇ, ਇੰਟੈਲੈਕਚੁਅਲਸ ਤੇ ਆਰਟੀਕਲਸ ਹੋਣ, ਬੋਲਣ ਦਾ, ਟੀਵੀ ਡਿਬੇਟਸ ਦੇ ਵਿੱਚ ਬੋਲਣ ਦਾ ਇੱਕ ਤਰੀਕਾ ਹੋਵੇ। ਸੋ ਇਹਨਾਂ ਲਈ ਦਿੱਲੀ ਦੇ ਵਿੱਚ ਤਾਂ ਆਸਾਨ ਸੀ। ਪੰਜਾਬ ਕਲਚਰਲ ਤੌਰ ਤੇ ਨਾਬਰੀ ਕਿਸਮ ਦੀ ਜਮਾਤ ਵਿੱਚੋਂ ਵੀ ਆਉਂਦਾ ਹੈ ਕਿ ਅਸੀਂ ਵਿਦਰੋਹ ਦੀ ਸੁਰ ਦੇ ਨਾਲ ਅੱਗੇ ਵਧਦੇ ਹਾਂ। ਸੋ ਮੈਨੂੰ ਇਹ ਤੁਹਾਨੂੰ ਲੱਗਦਾ ਹੈ ਕਿ ਆਉਂਦੇ ਸਮੇਂ 'ਚ ਜਿਹੜੀਆਂ ਸਥਾਪਿਤ ਧਿਰਾਂ ਨੇ ਉਹ ਚੁੱਪ ਕਰਕੇ ਹੀ ਬਹਿ ਜਾਣਗੀਆਂ, ਇਹਨਾਂ ਨਾਲ ਖਹਿਣਾ ਔਖਾ ਹੋ ਜਾਊ ਉਹਨਾਂ ਨੂੰ। ਇਹ ਸਵਾਲ ਸਟਾਲਨ ਨੂੰ ਪੁੱਛਿਆ ਗਿਆ ਸੀ ਵੀ ਬੰਦੇ ਚੰਗੇ ਕਿੱਥੋਂ ਲਿਆਉਣੇ ਆ। ਉਹ ਕਹਿੰਦਾ ਚੰਗੇ ਬੰਦੇ ਪੈਦਾ ਥੋੜੇ ਕਰਨੇ, ਬੰਦੇ ਤੇ ਬਣਾਉਣੇ ਪੈਣੇ ਆ। ਲੀਡਰ ਜਿਹੜਾ ਇੱਕ ਲੀਡਰ ਗਰੂਮਿੰਗ ਕਰਨੀ ਪਊ, ਨਹੀਂ ਬਣਾਉਣੇ ਪੈਣੇ। ਕਹਿੰਦਾ ਕਿੱਦਾਂ ਬਣਾਉਣੇ, ਕਹਿੰਦਾ ਉਹਦਾ ਉਹ ਤਰੀਕਾ ਸੀਗਾ, ਤੁਸੀਂ ਉਹਨਾਂ ਨੂੰ ਗਾਈਡ ਕਰਨਾ, ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੋ। ਲੀਡਰ ਪ੍ਰੈਜ਼ੈਂਟ ਕਰੇ ਕਿ ਉਹ ਓਨੈਸਟ ਵਾ ਜੀ, ਲੀਡਰ ਪ੍ਰੈਜ਼ੈਂਟ ਕਰੇ ਕਿ ਉਹ ਐਫੀਸ਼ੀਐਂਟ ਆ, ਲੀਡਰ ਪ੍ਰੈਜ਼ੈਂਟ ਕਰੇ ਕਿ ਉਹਦੇ ਕੋਲ ਬਹੁਤ ਸੋਰਸਸ ਆਫ ਇਨਫੋਰਮੇਸ਼ਨ ਹੋਣ, ਲੀਡਰ ਕੰਨਾਂ ਦਾ ਕੱਚਾ ਨਾ ਹੋਵੇ, ਲੀਡਰ ਕ੍ਰਾਸ ਜਿਹੜੀ ਇਨਫੋਰਮੇਸ਼ਨ ਆਉਂਦੀ ਕਿਉਂਕਿ ਇਹਨਾਂ ਕੋਲ ਸੋਰਸਸ ਹੁੰਦੇ ਉਹਨੂੰ ਵੈਰੀਫਾਈ ਕਰਨ, ਲੀਡਰ ਪਬਲਿਕਲੀ ਡਿਸਕਸ ਕਰੇ। ਕੋਈ ਇਹੋ ਜਿਹਾ ਸੀਕ੍ਰੇਸੀ ਵਾਲਾ ਮੁੱਦਾ ਨਹੀਂ ਹੁੰਦਾ। ਠੀਕ ਆ, ਤੁਸੀਂ ਬਿੱਲ ਲਿਆਉਣਾ ਉਹ ਦੂਸਰੀ ਪਾਸੇ ਗੱਲ ਹੈਗੀ ਆ, ਤੁਸੀਂ ਲੋਕਾਂ ਦੇ ਮੁੱਦੇ ਲੋਕਾਂ 'ਚ ਲੈ ਕੇ ਚੱਲ ਜਾਓ, ਉਹਨੂੰ ਡਿਸਕਸ ਕਰਾ ਲਓ, ਵਾਪਸ ਚਲੇ ਜਾਓ। ਹਾਂ, ਪੰਜਾਬ ਦਾ ਕ੍ਰਾਈਸਿਸ ਹੈ, ਤੁਸੀਂ ਪੁਲਿਸ ਦਾ ਰਿਫਾਰਮ ਕਿਹਾ, ਪੁਲਿਸ ਐਕਟ ਜਿਹੜਾ ਹੈਗਾ ਵਾ ਇਹ ਆਲ ਇੰਡੀਆ ਪੁਲਿਸ ਐਕਟ ਵਾ, ਪੰਜਾਬ ਦਾ ਪੁਲਿਸ ਐਕਟ ਇਦਾਂ ਨਹੀਂ ਹੋਣਾ। ਉਹਦੇ ਵਿਦਨ ਦੈਟ ਪੁਲਿਸ ਐਕਟ ਜਿਹੜਾ ਵਾ ਤੁਸੀਂ ਉਹਨੂੰ ਡੀਪੋਲਿਟਿਸਾਈਜ਼ੇਸ਼ਨ ਕਰ ਦਿਓ। ਐਗਜ਼ੀਕਿਊਟ ਕਿਵੇਂ ਕਰਨਾ ਤੁਸੀਂ ਜੋ ਹੈਗਾ, ਮੈਂ ਕਹਿੰਦਾ ਵੀ ਡੀਪੋਲਿਟਿਸਾਈਜ਼ ਕਰ ਦਿਓ। ਜੇ ਇਹਨਾਂ ਦੇ ਆਖਿਆਂ ਜਿਹੜੇ ਬੰਦਿਆਂ ਦੀ, ਪਹਿਲੀ ਗੱਲ ਤਾਂ ਹੈਗੀ ਆ, ਤੁਸੀਂ ਇਹ ਵੇਖੋ, ਤੁਸੀਂ ਹੈਰਾਨ ਹੋਗੇ ਵੀ ਯੂਪੀ ਵਰਗੀ ਜਿਹੜੀ ਸਟੇਟ ਹੈਗੀ ਆ, ਉੱਥੇ ਵੀ ਜਿਹੜੀ ਕਾਂਸਟੇਬਲਰੀ ਹੈਗੀ ਆ ਜਾਂ ਉੱਥੇ ਵੀ ਜਿਹੜਾ SHO ਹੈਗਾ ਉਹ ਆਪਣੇ ਜ਼ਿਲ੍ਹੇ ਤੋਂ ਨਹੀਂਗਾ, ਬਹੁਤ ਦੂਰੋਂ ਲਾਉਂਦੇ ਆ। ਉਹਨੂੰ ਇੰਟਰਸਟ ਕੋਈ ਨਹੀਂ ਹੋਊਗਾ, ਦੂਸਰੇ ਜ਼ਿਲ੍ਹੇ ਚੋਂ ਲਾਉਂਦੇ ਆ। ਅੱਛਾ, ਦੂਸਰਾ ਪਾਸਾ ਇਹ ਹੈਗਾ ਵਾ ਕਿ ਇਦਾਂ ਦੇ ਅਸੀਂ ਹੋਰ ਨਾ ਸਟੇਟਾਂ ਤੋਂ ਲੈ ਸਕਦੇ ਹਾਂ, ਅਸੀਂ ਕੇਰਲਾ ਤੋਂ ਲੈ ਸਕਦੇ ਹਾਂ, ਅਸੀਂ ਤਾਮਿਲਨਾਡੂ ਤੋਂ ਲੈ ਸਕਦੇ ਹਾਂ, ਜਾਂ ਅਸੀਂ ਹੋਰ ਜਿਹੜੀਆਂ ਖਾਸ ਕਰਕੇ ਚੰਗੀਆਂ ਸਟੇਟਾਂ ਹੈਗੀਆਂ, ਬੈਸਟ ਗਵਰਨਡ ਸਟੇਟ ਜਿਹੜੀਆਂ ਹੈਗੀਆਂ, ਉੱਥੋਂ ਐਗਜ਼ਾਮਪਲਸ ਲੈ ਸਕਦੇ ਹਾਂ। ਸਮੱਸਿਆ ਨਹੀਂ ਹੈ, ਸਾਡੇ ਤਾਂ ਹੈਗਾ ਵੀ ਲੀਡ ਲੈਣ ਦੀ ਲੋੜ ਆ। ਸਾਡੇ ਲੋਕ ਜਿਹੜੇ ਹੈਗੇ ਚੰਗੇ ਪਾਸੇ ਵੱਲ ਤੁਰਨ ਨੂੰ ਤਿਆਰ ਰਹਿੰਦੇ ਆ। ਇਸ ਸਰਕਾਰ ਜਿਹੜੀ ਬਣੂ, ਜੇ ਇਹਨਾਂ ਦੀ ਸਰਕਾਰ ਬਣਦੀ ਆ, ਇਹਨਾਂ ਦਾ ਐਡਵਾਂਟੇਜ ਇਹ ਹੋਣਾ ਵਾ ਕਿ ਲੋਕਾਂ ਦੀ ਐਕਸਪੈਕਟੇਸ਼ਨ ਦੇ ਨਾਲ ਨਾਲ ਲੋਕਾਂ ਦਾ ਸਹਾਰਾ, ਟ੍ਰੈਡੀਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਪਾਰਟੀ ਸਟਰਕਚਰ ਕਮਜ਼ੋਰ ਹੋ ਚੁੱਕਾ, ਪਾਰਟੀ ਹੈ ਹੀ ਕੋਈ ਨਹੀਂ। ਜੀ। ਤੁਸੀਂ ਦੇਖੋ ਕਾਂਗਰਸ ਕਿਹੜੀ ਪਾਰਟੀ ਆ, ਕਿੰਨੇ ਚੌਧਰੀ ਆ, ਅਕਾਲੀ ਦਲ ਇੱਕ
ਪਾਰਟੀ ਲੱਗਦੀ ਆ ਪਰ ਅੰਦਰੋਂ ਤਾਂ ਉਹ ਵੀ ਖੋਖਲਾ ਹੋਇਆ ਪਿਆ। ਆ ਪੂਰਾ ਮਤਲਬ ਸਿਸਟਮ ਅੰਦਰੋਂ ਸਾਰਾ ਅਕਾਲੀ ਦਲ ਉਹ ਅਕਾਲੀ ਦਲ ਨਹੀਂਗਾ ਜਿਹੜਾ ਅਕਾਲੀ ਦਲ ਪਹਿਲਾਂ ਹੁੰਦਾ ਸੀ, ਜਿਹੜਾ ਅਕਾਲੀ ਦਲ 90s ਤੱਕ ਹੁੰਦਾ ਸੀ, ਜਾਂ ਜਿਹੜਾ ਬੈਸਟ ਸੀ 60 70 ਵਾਲਾ ਅਕਾਲੀ ਦਲ ਸੀਗਾ, 50s ਵਾਲਾ ਅਕਾਲੀ ਦਲ ਸੀਗਾ। ਹੁਣ ਤਾਂ ਅਕਾਲੀ ਦਲ ਦੇ ਨਾਂ ਦੇ ਨਾਲ ਲੋਕੀ ਜਿਹੜੇ ਹੈਗੇ ਆ, ਮਤਲਬ ਜਿਹੜਾ ਉਹ ਅਕਾਲੀ ਦਲ ਸੀ ਸੁਣ ਕੇ ਲੋਕਾਂ ਦੇ ਚਿਹਰੇ ਖਿੜਦੇ ਸੀ। ਨਾਲੇ ਹੁਣ ਉਹ ਜਜ਼ਬਾਤ ਨਾ ਜਜ਼ਬਾਤੀ ਵੋਟਰ ਹੈ ਤੇ ਨਾ ਹੀ ਜਜ਼ਬਾਤੀ ਲੀਡਰ ਹੈ ਨਹੀਂ, ਉਹਦੇ ਵਿੱਚੋਂ ਐਕਸੈਪਟੇਬਿਲਟੀ ਨਹੀਂ ਹੈਗੀ। ਤੋ ਇਸ ਕਰਕੇ ਇਹ ਜਿਹੜਾ ਮਤਲਬ ਜਿਹੜਾ ਹੁੰਦਾ ਪਾਰਟੀ ਦੇ ਨਾਂ ਤੇ ਕਹਿਣਾ ਪਾਰਟੀ ਨਾਰਾਜ਼, ਮੈਨੂੰ ਲੱਗਦਾ ਪਾਰਟੀਆਂ ਖੋਖਲੀਆਂ ਹੋ ਚੁੱਕੀਆਂ। ਇਹਨਾਂ ਕੋਲ ਤਾਂ ਖੈਰ ਪਾਰਟੀ ਦਾ ਢਾਂਚਾ ਹੈ ਨਹੀਂਗਾ, ਦੂਸਰੀਆਂ ਖੋਖਲੀਆਂ ਹੋ ਚੁੱਕੀਆਂ। ਇਸ ਵੇਲੇ ਜੇ ਤੁਹਾਡਾ ਕੋਈ ਤੁਹਾਨੂੰ ਚੈਲੰਜ ਹੈਗਾ ਵਾ ਤੇ ਉਹ ਜਿਹੜਾ ਹੈਗਾ ਲੋਕਾਂ ਦੇ ਪ੍ਰੈਸ਼ਰ ਰੋਹ ਦਾ ਹੈ, ਚਾਹੇ ਉਹ ਐਸਕੇਐਮ ਦਾ ਹੋਵੇ, ਚਾਹੇ ਸਮਾਜ ਮੋਰਚੇ ਜਾਂ ਲੋਕਾਂ ਦਾ ਹੋਵੇ, ਜਾਂ ਸਾਡੀਆਂ ਜਿਹੜੀਆਂ ਖਾਸ ਕਰਕੇ ਜਥੇਬੰਦੀਆਂ ਹੈਗੀਆਂ, ਜਿਹੜੀਆਂ ਟੀਚਰ ਜਥੇਬੰਦੀਆਂ ਹੈਗੀਆਂ ਜਾਂ EMPLOYEE ਜਥੇਬੰਦੀਆਂ ਹੈਗੀਆਂ। ਪਰ ਤੁਸੀਂ ਉਹਨਾਂ ਨੂੰ ਕੌਨਫੀਡੈਂਸ ਲਓ, ਤੁਸੀਂ ਦੱਸੋ ਉਹਨਾਂ ਨੂੰ ਭਾਈ ਆਹ ਅਸੀਂ ਕਰ ਸਕਦੇ ਹਾਂ, ਆਹ ਨਹੀਂ ਕਰ ਸਕਦੇ, ਜਿਹੜਾ ਕਰਨਾ ਇੰਨੇ ਸਮੇਂ 'ਚ ਕਰਾਂਗੇ, ਆਹ ਸਾਡੇ ਸੋਰਸਸ ਹੈਗੇ। ਅੱਛਾ ਇਹੀ ਗੱਲ ਕੱਲੀ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਕਿਉਂ? ਮੰਨ ਲਓ ਸਪੋਜ਼ ਅਸੀਂ ਖੁੱਲੇ ਮੰਨਦੇ ਹਾਂ ਵੀ ਜੇ ਐਗਜ਼ਿਟ ਪੋਲਸ ਦੇ ਉਲਟ ਵੀ ਨਤੀਜੇ ਆਉਂਦੇ, ਜੋ ਕਿ ਹੋਰ ਪਾਰਟੀ ਵੀ ਜੇ ਉਲਟ ਫੇਰ ਵੀ ਹੋ ਜਾਂਦਾ, ਲੋਕ ਰਾਏ ਜਿਸ ਤਰ੍ਹਾਂ ਦੀ ਬਣ ਗਈ ਹੈ, ਜੇ ਉਲਟ ਵੀ ਬਣ ਜਾਂਦੀ ਹੈ ਗੱਲ, ਤਾਂ ਦੂਜੀ ਪਾਰਟੀ ਕਿਉਂ ਨਾ? ਸੁਖਬੀਰ ਸਿੰਘ ਬਾਦਲ ਇਹੀ ਗੱਲਾਂ ਕਿਉਂ ਨਾ ਕਰੇ? ਇਹੀ ਗੱਲਾਂ ਜੇ ਚਰਨਜੀਤ ਸਿੰਘ ਚੰਨੀ ਨੂੰ ਨਾ ਚਿਹਰਾ ਬਣਾਇਆ ਤਾਂ ਉਹ ਆ ਕੇ ਕਿਉਂ ਨਾ ਕਰੇ? ਜੇਕਰ ਪੰਜਾਬ ਦੇ ਵਿੱਚ ਤੁਸੀਂ ਪੈਸੇ ਖਰਚ ਕੇ, ਤਰਲੇ ਮਾਰ ਕੇ, ਵਾਅਦੇ ਕਰਕੇ, ਲੋਕਾਂ ਦੇ ਹੱਥ ਜੋੜ ਕੇ, ਪੈਰੀਂ ਹੱਥ ਲਾ ਕੇ ਇੰਨੇ ਕੁਝ ਕਰਕੇ ਸਰਕਾਰ ਚਾਹੁੰਦੇ ਹੋ, ਤਾਂ ਉਹਦੋਂ ਸੌਖਾ ਕੰਮ ਨਹੀਂ ਕਿ ਡਿਊਟੀ ਮਿਲੀ ਉਹ ਕਰ ਦਿਓ। ਜਿਹੜੀਆਂ ਗੱਲਾਂ ਤੁਸੀਂ ਸੁਝਾ ਰਹੇ ਹੋ, 5-7 ਨੁਕਤੇ ਨੇ, ਪੰਜਾਬ ਦੇ ਲੋਕ ਮਰੇ ਜਾਂਦੇ ਪਏ ਆ, ਦੂਜੇ ਲੋਕ ਸਾਰੇ ਸਾਡੇ ਨਾਲ ਅੱਗੇ ਵੱਧ ਗਏ, ਸਮਾਨ ਚੜ ਗਏ, ਅਸੀਂ ਲੋਕ ਧਰਾਤਲ ਦੇ ਵਿੱਚ ਥੱਲੇ ਕਰ ਗਏ। ਅੱਜ ਇਸ ਵਾਰੀ ਜੋ ਹੋਇਆ ਪ੍ਰੋਫੈਸਰ ਸਾਹਿਬ, ਜਿੰਨੀ ਵੋਟ ਖਰੀਦੀ ਗਈ ਆ, ਇਹਨੂੰ ਅਸੀਂ ਔਨ ਰਿਕਾਰਡ ਨਾ ਮੰਨੀਏ ਭਾਵੇਂ ਜਿੰਨੀ, ਅਗਲੀ ਵਾਰੀ ਮੈਨੂੰ ਦੱਸੋ ਇਲੈਕਸ਼ਨ ਕੌਣ ਲੜ ਸਕੂਗਾ? ਜਿਹੜੇ ਪੈਸੇ ਖਰਚ ਕੇ ਐਤਕੀ ਹਾਰ ਗਏ, ਬੰਦਾ ਪੁੱਛੇ ਵੀ ਇਹਨਾਂ ਨੇ ਕਿਤੇ ਮੁੰਜ ਦਲੀ ਸੀ, ਇਹਨਾਂ ਨੇ ਪੈਸੇ ਲਿਆਂਦੇ ਕਿੱਥੋਂ? ਜਦੋਂ ਕੋਈ ਕਹਿੰਦਾ ਅਸੀਂ ਤਾਂ ਸਾਡੇ ਬੰਦੇ ਤੇ ਇੰਨੇ ਪੈਸੇ ਖਰਚਦੇ, ਸਵਾਲ ਖੜਾ ਹੋ ਜਾਂਦਾ ਵੀ ਪੈਸੇ ਆਏ ਕਿੱਥੋਂ ਭਾਈ? ਮੈਨੂੰ ਦੱਸੋ ਕਿ ਕਿੰਨੇ ਕੁ ਕਿੱਲਿਆਂ ਦਾ ਉਹ ਜਿਹੜਾ ਟੱਕ ਸੀਗਾ ਵੀ ਉਹ ਕਣਕ ਵੇਚੀ ਸੀਗੀ ਜੀ? ਇਹ ਸਵਾਲ ਬਹੁਤ ਵੱਡੇ ਨੇ, ਦੂਜੇ ਕਿਉਂ ਨਾ ਕਰਨ? ਕੱਲੀ ਆਮ ਆਦਮੀ ਪਾਰਟੀ ਵਾਲੀ ਕਿਉਂ ਸੋਚੀਏ? ਕੀ ਕਹਿੰਦੇ ਹੋ? ਮੇਰਾ ਖਿਆਲ ਆ ਕਿ ਜੇ ਬਿਗਨਿੰਗ ਸ਼ੁਰੂ ਹੋ ਗਈ ਹੈ, ਜਿਹੜੇ ਇਹ ਬੇਸਿਕਲੀ ਜਿਹੜੀ ਹੋਣ ਵਾਲੀ ਜਮਾਤਾਂ ਵਾ, ਇਹ ਪੋਲੀਟੀਸ਼ੀਅਨ ਆ। ਦੋ ਹੁੰਦੇ, ਇੱਕ ਪੋਲੀਟੀਸ਼ੀਅਨ ਹੁੰਦਾ, ਇੱਕ ਸਟੇਟਸਮੈਨ ਹੁੰਦਾ। ਸਟੇਟਸਮੈਨ ਦਾ ਜ਼ਮਾਨਾ ਲੰਘ ਗਿਆ ਜੀ, ਉਹ ਨਹਿਰੂ ਦੇ ਨਾਲ ਸੀਗਾ, ਉਹ ਕੈਰੋਂ ਸਾਹਿਬ ਤੱਕ ਸੀਗਾ। ਕੈਰੋਂ ਸਾਹਿਬ ਤੋਂ ਬਾਅਦ ਜਾਂ ਥੋੜਾ ਬਹੁਤਾ ਜਦੋਂ ਗਰੇਵਾਲ ਸਾਹਿਬ ਬਣੇ ਸੀ, ਆਪਣੇ ਗੁਰਨਾਮ ਸਿੰਘ ਹੁਣੀ ਸੀ, ਜਾਂ ਲక్ష్మణ ਸਿੰਘ ਗਿੱਲ ਸੀਗੇ, ਉਹ ਤੱਕ ਸੀਗਾ। ਮੁੜ ਕੇ ਡਿਕਲਾਈਨ ਸ਼ੁਰੂ ਹੋ ਗਿਆ। ਠੀਕ ਆਪਾਂ ਕਹਿ ਸਕਦੇ ਗਿਆਨੀ ਜੈਲ ਸਿੰਘ ਜਾਂ ਉਸ ਟਰਮ ਜਿਹੜੀ ਸੀ ਬਾਦਲ ਸਾਹਿਬ ਦੀ 80 ਤੱਕ, ਉਹ ਵੀ ਥੋੜਾ ਸੀਗਾ, 50-50 ਬੜਾ ਥੋੜਾ ਸਮਾਂ ਮਿਲਿਆ। ਮੁੜ ਕੇ ਡੀਜਨਰੇਸ਼ਨ ਬਹੁਤ ਹੋਈ ਆ। ਇਹ ਬੰਦੇ ਆਪਣੀਆਂ ਜਿਹੜੀਆਂ ਅਗਲੀਆਂ ਇਲੈਕਸ਼ਨ ਤੱਕ ਹੀ ਹੈਗੇ ਆ, ਪਰ ਇਹ ਬੰਦੇ ਸਾਡੇ ਤੋਂ ਇੱਕ ਪੀੜ੍ਹੀ ਅੱਗੇ ਆ, ਆਮ ਲੋਕਾਂ ਨਾਲੋਂ ਇੱਕ ਪੀੜ੍ਹੀ ਅੱਗੇ ਆ। ਇਹਨਾਂ ਨੂੰ ਲੱਗਦਾ ਸੀ ਵੀ ਅੱਗੇ ਇਦਾਂ ਕੰਮ ਚੱਲ ਜਾਂਦਾ ਸੀਗਾ, ਪੈਸੇ ਦੇ ਕੇ ਦੂਸਰੇ ਤਰੀਕੇ ਨਾਲ ਜੁਗਾੜ ਚੱਲ ਜਾਂਦਾ ਸੀ, ਆਲਟਰਨੇਟਿਵ ਨਹੀਂ ਹੈਗੇ। ਹੁਣ ਇਹ ਹੈਗਾ ਵੀ ਜੇ ਇਦਾਂ ਵੀ ਕੰਮ ਨਾ ਚੱਲਿਆ ਤੇ ਇਹਨਾਂ ਕੋਲ ਕੋਈ ਆਲਟਰਨੇਟਿਵ ਨਹੀਂਗਾ ਚੰਗੇ ਬਣਨ ਤੋਂ ਸਿਵਾਏ, ਕਿਉਂਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ, ਇਹ ਕੋਈ ਚੈਰੀਟੇਬਲ ਆਰਗੇਨਾਈਜੇਸ਼ਨ ਨਹੀਂ ਹੈ, ਪਾਵਰ ਇਹਨਾਂ ਲੈਣੀ ਹੁੰਦੀ ਆ। ਇਹ ਲੋਕਾਂ ਦਾ ਮੂਡ ਦੇਖਦੇ ਆ। ਇਹ ਇੱਕ ਬੜੇ ਹੀ, ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਸੀਨੀਅਰ ਅਕਾਲੀ ਦਲ ਨੇ ਇੱਕ ਵਾਰੀ ਪਬਲਿਕ ਪਲੇਟਫਾਰਮ ਤੋਂ ਕਿਹਾ ਸੀਗਾ ਕਿ ਸਾਨੂੰ 10-12 ਕਰੋੜ ਰੁਪਈਆ ਖਰਚਣਾ ਪੈਂਦਾ ਵਾ, ਮਜਬੂਰੀ ਹੈ ਸਾਡੀ, ਹੈਲਪਲੈਸਨੈਸ ਸ਼ੋ ਕਰ ਰਹੇ ਸੀ। ਉਹੀ 10-12 ਕਰੋੜ ਰੁਪਈਆ ਕਿਤੇ ਅਸੀਂ ਚੰਗੇ ਤਰੀਕੇ ਨਾਲ ਆਪਣੇ ਹਲਕੇ ਤੇ ਲਾ ਦਈਏ ਤੇ ਕਹਿੰਦਾ ਫਿਰ ਉਹ ਸਾਡਾ ਕਹਿੰਦਾ ਵੋਟਾਂ ਮਿਲ ਜਾਣ, ਪਰ ਵੋਟਾਂ ਮਿਲਦੀਆਂ ਨਹੀਂ ਗਿਆ। ਨਾਲ ਉਹਨੇ ਕੁਐਸਚਨ ਮਾਰ ਕੇ, ਲੋਕਾਂ ਦੇ ਸਵਾਲ ਸੀਗਾ, ਲੋਕਾਂ ਦੇ ਵੀ ਸਵਾਲ ਸੀ, ਪਾਰਸ਼ੀਅਲ ਵੀ ਸਵਾਲ ਸੀਗਾ। ਮੇਰਾ ਕਹਿਣ ਤੋਂ ਭਾਵ ਆ ਵੀ ਸਮਾਂ ਬਦਲ ਰਿਹਾ ਹੁਣ, ਕਿਉਂਕਿ ਟੈਕਨੋਲੋਜੀ ਦਾ ਸਮਾਂ ਹੈ, ਸੋਸ਼ਲ ਮੀਡੀਆ ਦਾ ਸਮਾਂ ਹੈ, ਇਨਫੋਰਮੇਸ਼ਨ ਦਾ ਸਮਾਂ ਹੈ, ਲੋਕੀ ਐਸਪੀਰੇਸ਼ਨਸ ਹੋ ਰਹੇ ਆ। 60% ਆਬਾਦੀ ਜੇ ਤੁਹਾਡੀ ਯੂਥ ਹੈਗੀ, ਅਸੀਂ ਕਾਸਟ ਨਹੀਂ ਹੈ ਕੋਈ, ਰਿਲੀਜਨ ਦਾ ਜਿਹੜਾ ਕਾਸਟ ਦਾ, ਰਿਲੀਜਨ ਦਾ, ਪੈਰੋਕੀਅਲ ਇਸ਼ੂ ਦਾ ਅਸਰ ਘਟ ਰਿਹਾ ਹੈ। ਲੋਕਾਂ ਦੇ ਮੁੱਦੇ ਤੁਸੀਂ ਦੇਖੋ, ਯੂਪੀ 'ਚ ਵੀ ਦੇਖਿਆ ਹੋਣਾ ਵੀ ਜਿਹੜੇ ਲੋਕਾਂ ਦੇ ਮੁੱਦੇ ਹੈਗੇ ਆ, ਚਾਹੇ ਬੇਰੁਜ਼ਗਾਰੀ ਦੀ ਗੱਲ ਆਉਂਦੀ ਆ, ਚਾਹੇ ਉਹ ਡੰਗਰਾਂ ਵਾਲੀ ਗੱਲ ਆਉਂਦੀ ਆ, ਚਾਹੇ ਉਹਦੇ ਵਿੱਚ ਜਿਹੜੀ ਤੁਹਾਨੂੰ ਦੱਸਦੇ ਆ ਵੀ ਵਿਦਿਆ ਦੀ ਗੱਲ ਆਉਂਦੀ ਆ, ਉਹ ਮੁੱਦੇ ਉੱਭਰ ਰਹੇ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਜਿਹੜਾ ਸਾਡਾ ਰਿਪਬਲਿਕ ਹੈਗਾ ਵਾ, ਇੰਡੀਆ ਰਿਪਬਲਿਕ ਹੈਗਾ ਜਾਂ ਪੰਜਾਬ ਸਟੇਟ ਹੈਗੀ ਆ, 75 ਸਾਲਾਂ ਤੋਂ ਬਾਅਦ ਇੱਕ ਇਹਦੀ ਨਵੀਂ ਫੇਜ਼ ਜਿਹੜੀ ਸ਼ੁਰੂ ਹੋਵੇਗੀ। ਤੇ ਜੇ ਉਹ ਜਿਹਦੀ ਸ਼ੁਰੂਆਤ ਲਗਭਗ ਹੋ ਚੁੱਕੀ, ਜੇ ਉਹ ਪੰਜਾਬ ਸ਼ੁਰੂਆਤ ਕਰ ਦੇਵੇ, ਤੇ ਮੇਰੇ ਖਿਆਲ ਕੱਲ ਵੀ ਇਹੀ ਗੱਲ ਹੋ ਰਹੀ ਸੀਗੀ ਕਿ ਪੰਜਾਬ ਉਹਨਾਂ ਸਟੇਟਾਂ ਦੇ ਵਿੱਚੋਂ ਆ, ਭਾਵੇਂ ਅਸੀਂ ਜੀਓਗ੍ਰਾਫਿਕਲੀ ਸਾਡਾ ਸਾਈਜ਼ ਥੋੜਾ ਹੈ, ਸਾਡਾ ਨੰਬਰ ਥੋੜਾ ਹੈ, ਪਰ ਅਸੀਂ ਲੀਡ ਲੈਂਦੇ ਆ। ਪੰਜਾਬ ਦੇ ਲੋਕ ਲੀਡ ਲੈਂਦੇ ਆ, ਔਰ ਉਹ ਲੀਡ ਜਿਹੜੀ ਆ ਉਹ ਪਹਿਲੋਂ ਡੰਡੀ ਮਤਲਬ ਤਰੀਕੇ ਨਾਲ ਸ਼ੁਰੂ ਹੁੰਦੀ, ਮੁੜ ਕੇ ਉਹ ਪਿਆ ਬਣਦੀ ਆ, ਸਾਰਾ ਲੋਕ ਉਹਨੂੰ ਫੋਲੋ ਕਰਦੇ ਆ। ਔਰ ਮੈਨੂੰ ਲੱਗਦਾ ਵੀ ਜੇ ਇੱਥੋਂ ਇਹ ਇਲੈਕਸ਼ਨ ਜਿਸ ਤਰੀਕੇ ਨਾਲ ਚਾਣਕਿਆ ਜਾਂ ਹੋਰ ਕਹਿ ਰਹੇ ਆ ਉਹ ਆ ਰਹੀ ਆ, ਤੇ ਫਿਰ ਉਹ ਸਾਰਾ ਨਗੇਟ ਹੋ ਜਾਊਗਾ ਵੀ ਪੈਸੇ ਨਾਲ ਵੀ ਜਿੱਤੀ ਜਾ ਸਕਦੀ ਆ,
ਡਰਾ ਕੇ ਵੀ ਜਿੱਤੀ ਜਾ ਸਕਦੀ ਆ ਜਾਂ ਲੋਕਾਂ ਨੂੰ ਮੂਰਖ ਰੱਖ ਕੇ ਵੀ ਜਿੱਤੀ ਜਾ ਸਕਦੀ ਆ। ਬਿਲਕੁਲ ਪਿਛਲੇ 20-30 ਸਾਲ ਤੇ ਇਹਨਾਂ ਪਾਰਟੀਆਂ ਨੂੰ, ਖਾਸ ਕਰਕੇ ਫਿਊਡਲ ਪਾਰਟੀਜ਼ ਹੈਗੀ ਆ, ਜਿਹਦੇ ਵਿੱਚ ਅਕਾਲੀ ਦਲ ਨੰਬਰ 1 ਹੈਗਾ, ਇਹਦਾ ਇਹੀ ਏਜੰਡਾ ਰਿਹਾ ਵੀ ਲੋਕਾਂ ਨੂੰ ਨਾ ਪੜ੍ਹਿਆ ਜਾਵੇ ਨਾ ਪੜ੍ਹਾਇਆ ਜਾਵੇ ਤਾਂ ਕਿ ਸਾਡੇ ਜਿਹੜੇ ਵੋਟਰ ਬਣੇ ਰਹਿਣ। ਇਹ ਗੱਲ ਮੈਂ ਲੰਬੀ ਦੇ ਵਿੱਚੋਂ ਬਹੁਤ ਸਾਰੇ ਵੋਟਰਾਂ ਦੇ ਜਿਹੜੇ ਮੂੰਹੋਂ ਸੁਣੀ ਆ ਵੀ ਸਾਨੂੰ ਜਿਹੜੀਆਂ ਬੇਸਿਕ ਸਹੂਲਤਾਂ ਸੀਗੀਆਂ ਪੜ੍ਹਾਈ ਲਿਖਾਈ ਦੀਆਂ ਜਾਂ ਜਿਹੜੀਆਂ ਹੋਰ ਸੀਗੀਆਂ ਉਹ ਸਾਡੇ ਕੋਲ ਬਿਲਕੁਲ ਨਹੀਂ ਹੈਗੀਆਂ। ਨਹੀਂ ਤੇ ਲੰਬੀ ਵਰਗਾ ਹਲਕਾ ਤੇ ਬਹੁਤ ਵੱਡਾ ਉੱਥੇ ਤੇ ਕਮਾਲ ਹੈ ਜੀ, ਜਿੰਨੇ ਮਰਜ਼ੀ ਪੈਸੇ ਦੇਈ ਜੋ ਮਰਜ਼ੀ ਹੋ ਸਕਦਾ। ਲੋਕਾਂ ਨੂੰ ਪੜ੍ਹਾਇਆ, ਲੋਕਾਂ ਦਾ ਸੋਸ਼ਲ ਡਿਵੈਲਪਮੈਂਟ ਕਰਨ ਦੀ ਬਹੁਤ ਲੋੜ ਹੈਗੀ ਸੀਗੀ ਤਾਂ ਕਿ ਲੋਕ ਜਿਹੜੇ ਸਿਆਣੇ ਹੁੰਦੇ। ਪਰ ਉਹ ਕਹਿੰਦੇ ਵੀ ਇਹ ਜ਼ਿਮੀਂਦਾਰਾਂ ਜਗੀਰਦਾਰਾਂ ਦਾ ਤੇ ਇੱਕੋ ਹੀ ਕੰਮ ਹੁੰਦਾ ਵੀ ਜੇ ਇਹ ਸਿਆਣੇ ਹੋ ਗਏ ਤੇ ਫਿਰ ਸਾਡੇ ਮਗਰ ਕੌਣ ਲੱਗੂਗਾ। ਮੈਂ ਆਖਿਰ ਦੇ ਵਿੱਚ ਸਿਰਫ ਤੁਹਾਨੂੰ ਇਹੀ ਪੁੱਛਣਾ ਹੈ, ਆ ਸਾਰੇ ਐਗਜ਼ਿਟ ਪੋਲ ਪਾਸੇ ਰੱਖ ਦਿੰਨੇ ਆ ਤੇ ਸਾਰੇ ਓਪੀਨੀਅਨ ਪੋਲ ਤੇ ਪਈ ਵੋਟ ਨੂੰ ਇੱਕ ਸਾਰੇ ਜਗ੍ਹਾ 'ਚ ਇਕੱਠੇ ਕਰਕੇ ਮੈਂ ਪ੍ਰੋਫੈਸਰ ਜਗਰੂਪ ਸੇਖੋਂ ਤੋਂ ਪੁੱਛਣਾ ਚਾਹੁੰਦਾ ਕਿ ਹੋਊ ਕੀ 10 ਤਰੀਕ ਨੂੰ ਕੋਈ ਅੰਤਸ਼ਾ ਕਹਿੰਦੇ ਤਾਂ ਕੋਈ ਜੋਤਸ਼ੀ ਦੱਸ ਸਕਦਾ ਵੀ ਆਪਾਂ ਤੁਹਾਨੂੰ ਜੋਤਸ਼ੀ ਮੰਨ ਲਈਏ, ਹਾਲਾਂਕਿ ਤੁਸੀਂ ਜੋਤਿਸ਼ 'ਚ ਯਕੀਨ ਨਹੀਂ ਰੱਖਦੇ, ਤੁਹਾਡਾ ਨਿੱਜ ਕੀ ਕਹਿੰਦਾ? ਵੈਸੇ ਮੈਂ 1.5 ਮਹੀਨੇ ਪਹਿਲਾਂ ਪਹਿਲੀ ਵਾਰੀ ਮੈਂ ਮੇਰੇ ਖਿਆਲ 28 ਜਨਵਰੀ ਨੂੰ ਗਿਆ ਸੀ ਉੱਥੇ ਜੀ ਦੇ ਉੱਤੇ ਮੈਨੂੰ ਸੱਦਿਆ ਸੀਗਾ, ਇਹ ਜਾਣਦੇ ਹੋਏ ਵੀ ਕਿ ਇਹਦੇ ਵਿਚਾਰ ਸਾਡੇ ਨੂੰ ਨਹੀਂ ਮਿਲਦੇ। ਮੈਂ ਪਬਲਿਕਲੀ ਕਿਹਾ, ਸਾਰਾ ਉਦੋਂ ਹੰਗ ਦਾ ਬਹੁਤ ਚੱਲਦਾ ਸੀਗਾ, ਇਟਸ ਰਿਕਾਰਡਡ ਜਿਹੜੇ ਉਹ ਕੱਲ ਮੰਨੇ ਆ, ਪੰਜਾਬ ਹੰਗ ਅਸੈਂਬਲੀ ਨਹੀਂ ਦਊਗਾ। ਅੱਛਾ, ਪੰਜਾਬ ਕਲੀਅਰ ਕੱਟ ਵਰਡਿਕਟ ਦਊਗਾ, ਮੈਨੂੰ ਇਹ ਲੱਗਦਾ। ਹੋ ਸਕਦਾ ਮੈਂ ਜੋਸ਼ੀ ਵੀ ਨਹੀਂ ਗਾ ਤੇ ਮੈਂ ਬਹੁਤ ਵੱਡਾ ਸਪੋਲੋਜਿਸਟ ਵੀ ਨਹੀਂ ਆ ਤੇ ਮੈਂ ਕਲੇਮ ਵੀ ਨਹੀਂ ਕਰਦਾ, ਜਿਹੜੀ ਮੇਰੀ ਗੱਟ ਫੀਲਿੰਗ ਆ ਜਾਂ ਜੋ ਮੇਰਾ ਐਕਸਪੀਰੀਅੰਸ ਹੈਗਾ ਇਹ ਦਿਸ ਵੇ ਔਰ ਦੈਟ ਵੇ ਜਾਂ ਜੋ ਧਰਾਤਲ ਤੋਂ ਹਵਾ। ਫਿਰ ਉਹਨਾਂ ਨੇ ਕਿਹਾ ਕੀ ਹੋਊਗਾ, ਮੈਂ ਕਿਹਾ ਮੈਨੂੰ ਲੱਗਦਾ ਕਿ ਤਬਦੀਲੀ ਹੋਊਗੀ। 1.5 ਮਹੀਨੇ ਦੀ ਪੁਰਾਣੀ ਗੱਲ ਸੀ ਵੀ ਤਬਦੀਲੀ ਜ਼ਰੂਰ ਹੋਊਗੀ, ਇਹ ਥੱਲਿਓਂ ਆਉਂਦੀ ਆ ਵੀ ਬਦਲਾਓ ਸਾਨੂੰ ਚਾਹੀਦਾ ਹੈ। ਲੋਕੀ ਦੁਖੀ ਹੋਏ ਪਏ ਆ, ਇਸ ਕਰਕੇ ਨਹੀਂ ਦੁਖੀ ਹੋਏ ਵੀ 2 ਟਾਈਮ ਰੋਟੀ ਨਹੀਂ ਮਿਲਦੀ, ਇਸ ਕਰਕੇ ਦੁਖੀ ਹੋਏ ਆ ਕਿ ਜਿਹੜਾ ਇਹਨਾਂ ਦਾ 2 ਪਿਛਲੀਆਂ ਸਰਕਾਰਾਂ ਦਾ ਜਿਹੜਾ ਵਰਤਾਰਾ ਰਿਹਾ ਲੋਕਾਂ ਪ੍ਰਤੀ, ਖਾਸ ਕਰਕੇ ਉਹਨਾਂ ਦੀ ਜਿਹੜੀਆਂ ਉਮੰਗਾਂ ਸੀਗੀਆਂ ਜਾਂ ਖਾਸ ਕਰਕੇ ਜਿਹੜੀਆਂ ਉਹਨਾਂ ਦੀਆਂ ਲੋੜਾਂ, ਲੀਡਰਾਂ ਦੀਆਂ ਲੋੜਾਂ ਨੇ, ਉਹਨਾਂ ਦੀਆਂ ਲੋੜਾਂ ਇਹ ਹੈਗੀਆਂ ਕਿ ਸਾਡਾ ਜੋ ਬੇਸਿਕ ਜੋ ਸਟਰਕਚਰ ਹੈਗਾ ਕਿ ਉਹ 'ਚ ਵੇਖੋ ਲਾ ਐਂਡ ਆਰਡਰ ਨੂੰ ਪਤਾ, ਜੇ ਪਿੰਡ 'ਚ ਨਸ਼ਾ, ਮੈਂ ਤੁਹਾਨੂੰ ਉਹਦੇ ਨੂੰ ਦੱਸਿਆ ਤੁਹਾਡੇ 'ਚ, ਮੇਰੇ ਪਿੰਡ ਨਸ਼ਾ ਵਿਕਦਾ, ਸਭ ਨੂੰ ਪਤਾ ਕੌਣ ਵੇਚਦਾ, ਕਿਹੜਾ ਆਣ ਕੇ ਪੁਲਿਸ ਵਾਲਿਆਂ ਨੂੰ ਕੋਈ ਹਫ਼ਤੇ ਬਾਅਦ ਪੈਸੇ ਲੈ ਕੇ ਜਾਂਦਾ, ਸਭ ਨੂੰ ਪਤਾ ਪਿੰਡ ਦੇ ਵਿੱਚ ਕਿਹੜੇ ਬੰਦੇ ਲੈ ਕੇ ਜਾਂਦੇ ਆ। ਹੈਂ, ਜੇ ਮੈਨੂੰ ਪਿੰਡ ਦੇ ਲੋਕਾਂ ਨੂੰ ਪਤਾ ਤੇ ਉੱਥੇ ਹੋਰ ਕਿਸ ਨੂੰ ਪਤਾ ਕਰਨਾ। ਬਿਲਕੁਲ, ਆਪਾਂ ਨੂੰ ਇਹ ਪਤਾ ਵੀ ਇੱਥੇ MLA ਦੇ ਘਰੋਂ 5-5 ਕਿਲੋ ਹੀਰੋਇਨ ਫੜੀ ਗਈ ਸੀ ਜਦੋਂ ਮੁੜ ਕੇ ਜਿਹੜਾ ਬਹੁਤ ਕੁਛ ਏਦਾਂ ਦੀਆਂ ਗੱਲਾਂ ਹੈਗੀਆਂ ਸੀਗੀਆਂ। ਲੋਕੀ ਇਹਨਾਂ ਤੋਂ ਦੁਖੀ ਆ। ਜੇ ਮੰਨ ਲਓ ਐਰਕਾ ਤਬਦੀਲੀ ਨਹੀਂ ਹੁੰਦੀ, ਆ ਵੀ ਜਾਂਦੇ ਆ ਤੇ ਪਰ ਇਹਨਾਂ ਲਈ ਹੁਣ ਅਗਲੇ ਸਾਲ ਟਿਕਣਾ ਬਹੁਤ ਜ਼ਰੂਰੀ ਆ। ਪਰ ਇਸ ਵਾਰੀ ਲੱਗਦਾ ਕਿ ਇਹ ਤਬਦੀਲੀ ਹੋਣ ਦੀ ਬਹੁਤ ਵੱਡੀ ਸੰਭਾਵਨਾ ਹੈ ਔਰ ਇਹ ਤਬਦੀਲੀ ਜਿਹੜੀ ਆ, ਕਿਉਂਕਿ 15 ਦਿਨ ਪਹਿਲਾਂ ਮੈਂ ਆਪਣੀ ਫੇਸਬੁੱਕ ਤੇ ਲਿਖ ਚੁੱਕਾ ਹਾਂ ਅੱਛਾ ਕਿ ਇਹ ਇਨਐਵਿਟੇਬਲ ਹੈਗੀ ਆ ਤੇ ਇਹ ਸਵੀਪ ਵਾਲੇ ਪਾਸੇ ਜਾ ਰਹੀ ਆ। ਪ੍ਰੋਫੈਸਰ ਵਿਸ਼ ਕਿ ਮੈਂ ਠੀਕ ਹੋ ਜਾ, ਨਹੀਂ ਹੋਊਗਾ ਤੇ ਮੈਂ ਉਹਦੇ ਫਿਰ ਕਾਰਨ ਤਾਂ ਲੱਭ ਕੇ ਦੇ ਹੀ ਦਊਂਗਾ ਵੀ ਕਿਉਂ ਨਹੀਂ ਹੋਇਆ। ਕਿਉਂਕਿ ਅੱਛਾ, ਵਿਦਵਤਾ ਲਈ ਇਹ ਸਭ ਤੋਂ ਅਹਿਮ ਸਵਾਲ ਹੁੰਦਾ ਹੈ ਕਿ ਤੁਸੀਂ ਜਿਹੜੀ ਗੱਲ ਮੰਨ ਲਓ ਨਾ ਹੋ ਸਕੇ ਤੇ ਉਹਦੇ ਕਾਰਨ ਮੌਜੂਦ ਰਹਿੰਦੇ ਆ, ਪਰ ਪ੍ਰੋਫੈਸਰ ਸਾਹਿਬ ਤੁਹਾਡਾ ਸਾਫ਼ ਇਹ ਮੰਨ ਕੇ ਇੱਕ, ਹਾਲਾਂਕਿ ਕੋਈ ਨਹੀਂ ਇੰਜ ਕਹਿ ਰਿਹਾ ਜਿੱਦਾਂ ਤੁਸੀਂ ਕਿਹਾ ਕਿ ਚੇਂਜ ਹੋ ਰਿਹਾ, ਬਦਲਾਅ ਦੇ ਨਜ਼ਰੀਏ ਤੋਂ ਕੁਝ ਨਵਾਂ ਆ ਰਿਹਾ ਔਰ ਇਸ ਗੱਲ ਨੂੰ ਅਸੀਂ ਅੱਗੇ ਵਧਾਉਂਦੇ ਆ, ਅੱਜ ਬਰਾਮ ਦਿੰਦੇ ਆ। ਮੈਂ ਅਗਲੇ ਸੈਗਮੈਂਟ 'ਚ ਜੇ ਪ੍ਰੋਫੈਸਰ ਸਾਹਿਬ ਕੱਲ ਉਪਲਬਧ ਹੋਏ ਤੇ ਫਿਰ ਅਸੀਂ ਇੱਕ ਦਿਨ ਬਾਅਦ ਕਿ ਜਿਹੜੀਆਂ ਧਿਰਾਂ ਮਾਤ ਖਾ ਗਈਆਂ ਤੇ ਜੇ ਮੰਨ ਲਓ ਉਹ ਸਰਵਾਈਵਲ ਦੀ ਲੜਾਈ ਦੇ ਵਿੱਚ ਅੱਗੇ ਵਧਣਗੀਆਂ ਤੇ ਕਿਵੇਂ ਵਧਣਗੀਆਂ, ਇਹ ਟੁੱਟ ਭੱਜ ਕਿਵੇਂ ਹੋਊਗੀ, ਜੇ ਕਿਸੇ ਨੂੰ ਬਹੁਤ ਵੱਡਾ ਬਹੁਮਤ ਮਿਲਦਾ ਤੇ ਦੂਜੇ ਕਿਵੇਂ ਸਰਵਾਈਵ ਕਰਨਗੇ। ਬਹੁਤ ਮਿਹਰਬਾਨੀ। ਹਾਂ, ਇਹਦੇ ਨਾਲ ਮੈਂ ਕਹਿੰਦਾ ਫਿਰ ਆਪਾਂ ਡਾਟੇ ਨਾਲ ਗੱਲ ਕਰਾਂਗੇ, ਫੈਕਟ ਐਂਡ ਫਿਗਰ ਨਾਲ ਗੱਲ ਕਰਾਂਗੇ ਜੀ, ਲੋਕਾਂ ਦੀ ਚੋਇਸ ਤੇ ਗੱਲ ਕਰਾਂਗੇ। ਫਿਰ ਮੇਰੇ ਕੋਲ ਬਹੁਤ ਸਾਰਾ ਡਾਟਾ ਪਿਆ ਹੋਊਗਾ ਤੇ ਫਿਰ ਜਿਹੜੀ ਵੀ ਤੁਹਾਡੇ ਸਵਾਲ ਹੋਣਗੇ ਹਾਰਨ ਦੇ ਜਾਂ ਜਿੱਤਣ ਦੇ, ਉਹ ਫਿਰ ਆਪਾਂ ਤੱਥਾਂ ਦੇ ਆਧਾਰ ਦੇ ਉੱਤੇ, ਮੈਂ ਵੀ ਗਲਤ ਹੋ ਸਕਦਾ। ਹੁਣ ਜਿਹੜੀ ਮੈਂ ਸਟੇਟਮੈਂਟ ਦਿੱਤੀ ਕਿ ਸਟੇਟਮੈਂਟ ਹੈਗੀ ਆ, ਪਰ ਜੇ ਮੈਂ ਸਟੇਟਮੈਂਟ ਦਿੱਤੀ ਹੈਗੀ ਆ ਜੋ ਠੀਕ ਨਹੀਂ ਹੁੰਦੀ ਤੇ ਉਹਦੇ ਰੀਜ਼ਨ ਆਪਾਂ ਡਿਸਕਸ ਕਰਾਂਗੇ ਤਾਂ ਕਿ ਆਪਣੇ ਜਿਹੜੇ ਸਾਥੀ ਆ, ਦੋਸਤ ਹੈਗੇ ਆ, ਉਹਨਾਂ ਨੂੰ ਹੋਰ ਜ਼ਿਆਦਾ ਕਲੈਰਿਟੀ ਉਹਦੇ ਉੱਤੇ ਹੋਵੇ। ਅਸੀਂ ਰੈਗੂਲਰ ਮਿਲਦੇ ਰਵਾਂਗੇ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ।